ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 29 ਜਨਵਰੀ ਹੈ, ਦਿਨ ਸ਼ਨੀਚਰਵਾਰ ਹੈ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਖਾਸ ਤੇ ਵੱਡੀਆਂ ਖਬਰਾਂ ਦੱਸ ਦਿੰਦੇ ਹਾਂ। 26 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਦੇ ਲਈ ਅੱਜ ਪਿੰਡ ਰੋਡੇ ਮੋਗਾ ਦੇ ਪਿੰਡ ਰੋਡੇ ਤੋਂ ਪ੍ਰੋਫੈਸਰ ਭੁੱਲਰ ਦੇ ਜੱਦੀ ਪਿੰਡ ਦਿਆਲਪੁਰਾ ਭਾਈਕਾ ਤੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਦਰਬਾਰੇ ਖਾਲਸਾ ਦੇ ਆਗੂ ਹਰਜੀਤ ਸਿੰਘ ਟਪਾਲੀ ਨੇ ਦੱਸਿਆ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਭਾਈ ਦਲੇਰ ਸਿੰਘ ਡੋਡ, ਕੁਲਵੰਤ ਸਿੰਘ ਰਾਊਕੇ ਤੇ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਇਹ ਰੋਸ ਮਾਰਚ ਸਵੇਰੇ 10 ਵਜੇ ਗੁਰਦੁਆਰਾ ਸੰਤ ਖਾਲਸਾ ਸਾਹਿਬ ਪਿੰਡ ਰੋਡੇ ਤੋਂ ਚੱਲ ਕੇ ਨੱਥੂਵਾਲਾ, ਲੰਗਿਆਣਾ, ਬਾਘਾ ਪੁਰਾਣਾ, ਰਾਜਿਆਣਾ ਅਤੇ ਹੋਰ ਪਿੰਡਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਜ਼ਫਰਨਾਮਾ ਦਿਆਲਪੁਰਾ ਭਾਈਕਾ ਪਹੁੰਚੇਗਾ। ਕੇਜਰੀਵਾਲ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਾਲੀ ਫਾਈਲ ਤੇ ਸਹੀ ਪਾ ਕੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਕੀਤੀ ਜਾਵੇ। ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਵੱਡੀ ਖਬਰ ਇਹ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ। 29 ਜਨਵਰੀ 2021 ਦਾ ਦਿਨ ਜੇ ਤੁਹਾਨੂੰ ਯਾਦ ਹੋਵੇ ਤਾਂ ਉਸ ਦਿਨ ਦੀ ਯਾਦ ਵਿੱਚ ਰੋਸ ਦੇ ਵਿੱਚ ਇਹ ਕੀਤਾ ਜਾਵੇਗਾ, ਕਿਉਂਕਿ ਕਿਸਾਨਾਂ ਨੂੰ ਹਾਲੇ ਤੱਕ ਆਪਣੇ ਤੇ ਹੋਏ ਸਿੰਘੂ ਬਾਰਡਰ ਤੇ ਹੋਏ ਹਮਲੇ ਦਾ ਇਨਸਾਫ ਨਹੀਂ ਮਿਲਿਆ। ਬਰਨਾਲਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਕੇਂਦਰ ਖਿਲਾਫ ਮੁੜ ਸੰਘਰਸ਼ ਵਿੱਢਿਆ ਜਾਵੇਗਾ। ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਿੱਚ ਮੁੜ ਤੋਂ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਵਿੱਚ ਮੀਟਿੰਗ ਹੋਈ, ਜਿਸ ਵਿੱਚ ਸਾਰੇ ਪੰਜਾਬ ਦੇ 15 ਜ਼ਿਲ੍ਹਿਆਂ ਦੇ ਪ੍ਰਧਾਨਾਂ ਤੇ ਸਕੱਤਰਾਂ ਨੇ ਹਿੱਸਾ ਲਿਆ। ਬੂਟਾ ਸਿੰਘ ਬੁਰਜਗਿੱਲ ਨੇ ਦੱਸਿਆ ਕਿ ਸਰਕਾਰ ਦੇ ਵਾਅਦੇ ਤੋਂ ਬਾਅਦ 1.5 ਮਹੀਨਾ ਬੀਤ ਚੁੱਕਿਆ, ਪਰ ਹਾਲੇ ਤੱਕ ਮੰਗਾਂ ਪੂਰੀਆਂ ਨਹੀਂ ਹੋਈਆਂ ਤੇ 31 ਜਨਵਰੀ ਯਾਨੀ ਕਿ ਪਰਸੋਂ ਨੂੰ ਮੁਲਕ ਪੱਧਰ ਤੇ ਡੀਸੀ ਤੇ ਐਸਡੀਐਮਸ ਦਫ਼ਤਰਾਂ ਦੇ ਮੂਹਰੇ ਅਰਥੀਆਂ ਫੂਕ ਕੇ ਕੇਂਦਰ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕਰਦਿਆਂ ਸੰਘਰਸ਼ ਮੁੜ ਤੋਂ ਵਿੱਢ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਭਰਵੇਂ ਮੀਂਹ ਕਾਰਨ ਆਲੂਆਂ ਤੇ ਸਬਜ਼ੀਆਂ ਦੇ ਖਰਾਬੇ ਦੇ ਮੁਆਵਜ਼ੇ ਲਈ ਵੀ ਸੰਘਰਸ਼ ਵਿੱਢਿਆ ਜਾਵੇਗਾ। ਸਕੂਲ ਕਾਲਜ ਖੁਲਵਾਉਣ ਦੇ ਲਈ 4 ਫਰਵਰੀ ਨੂੰ 2 ਘੰਟਿਆਂ ਦੇ ਲਈ ਸੜਕਾਂ ਜਾਮ ਕੀਤੀਆਂ ਜਾਣਗੀਆਂ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪੰਜਾਬ 'ਚ ਵਿਧਾਨ ਸਭਾ ਚੋਣਾਂ ਦੇ ਮੌਕੇ ਕਿਸੇ ਵੀ ਪਾਰਟੀ ਦੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਕੋਈ ਮਦਦ ਨਹੀਂ ਕੀਤੀ ਜਾਵੇਗੀ। ਸੰਯੁਕਤ ਕਿਸਾਨ ਮੋਰਚੇ ਨੇ ਵੀ ਕੱਲ ਕਈ ਦਿਨਾਂ ਬਾਅਦ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ 31 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਜਾਣਗੇ। ਸਰਕਾਰ ਦੀ ਵਾਅਦਾ ਖਿਲਾਫੀ ਦੇ ਖਿਲਾਫ ਵਿਸ਼ਵਾਸਘਾਤ ਦਿਵਸ ਮਨਾਇਆ ਜਾਵੇਗਾ, ਕਿਉਂਕਿ ਸਰਕਾਰ ਨੇ ਹਾਲੇ ਤੱਕ ਮੰਗਾਂ ਪੂਰੀਆਂ ਨਹੀਂ ਕੀਤੀਆਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦੇਸ਼ ਦੇ ਘੱਟੋ-ਘੱਟ 500 ਜ਼ਿਲ੍ਹਿਆਂ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਜਾਣਗੇ। ਕੇਂਦਰ ਸਰਕਾਰ ਨੂੰ ਮੰਗ ਪੱਤਰ ਵੀ ਸੌਂਪੇ ਜਾਣਗੇ। ਕੱਲ ਕਿਸਾਨ ਮੋਰਚੇ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੋਰਚੇ ਨੇ ਕਿਹਾ ਹੈ ਕਿ 15 ਜਨਵਰੀ ਨੂੰ ਜਦੋਂ ਸਾਡੀ ਮੀਟਿੰਗ ਹੋਈ ਸੀ, ਉਸ ਤੋਂ ਬਾਅਦ ਵੀ ਭਾਰਤ ਸਰਕਾਰ ਨੇ 9 ਦਸੰਬਰ ਦੇ ਕੀਤੇ ਵਾਅਦਿਆਂ ਦੇ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਮੋਰਚੇ ਨੇ ਵੀ ਸਪਸ਼ਟ ਕੀਤਾ ਹੈ ਕਿ ਮਿਸ਼ਨ ਉੱਤਰ ਪ੍ਰਦੇਸ਼ ਜਾਰੀ ਰਹੇਗਾ, ਜਿਸ ਰਾਹੀਂ ਕਿਸਾਨ ਵਿਰੋਧੀ ਸ਼ਕਤੀ ਨੂੰ ਸਬਕ ਸਿਖਾਵਾਂਗੇ। ਸੰਯੁਕਤ ਕਿਸਾਨ ਮੋਰਚਾ ਟ੍ਰੇਡ ਯੂਨੀਅਨਾਂ ਦੇ ਵੱਲੋਂ 23 ਤੇ 24 ਫਰਵਰੀ ਨੂੰ ਜਿਹੜੀ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ, ਉਸ ਦਾ ਸਮਰਥਨ ਵੀ ਕਰੇਗਾ ਤੇ ਸਹਿਯੋਗ ਵੀ ਕਰੇਗਾ। ਪੰਜਾਬ ਚੋਣਾਂ ਸੰਬੰਧੀ ਵੀ ਮੋਰਚੇ ਨੇ ਸਪਸ਼ਟ ਕੀਤਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦਾ ਨਾਮ, ਬੈਨਰ ਜਾਂ ਪਲੇਟਫਾਰਮ ਕਿਸੇ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਦੇ ਵੱਲੋਂ ਨਹੀਂ ਵਰਤਿਆ ਜਾਏਗਾ। ਅਜਿਹਾ ਕਰਨ ਵਾਲਿਆਂ ਖਿਲਾਫ ਮੋਰਚਾ ਅਨੁਸ਼ਾਸਨੀ ਕਾਰਵਾਈ ਕਰੇਗਾ। ਇਹ ਬਿਆਨ ਡਾਕਟਰ ਦਰਸ਼ਨਪਾਲ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵ ਕੁਮਾਰ ਕੱਕਾ, ਯੁੱਧਵੀਰ ਸਿੰਘ ਤੇ ਯੋਗਿੰਦਰ ਯਾਦਵ ਨੇ ਜਾਰੀ ਕੀਤਾ। ਪੰਜਾਬੀ ਗੀਤਕਾਰੀ ਦੇ ਬਾਬਾ ਬੋੜ, ਹਰਦੇਵ ਸਿੰਘ ਦਲਗੀਰ ਉਰਫ ਦੇਵ ਥਰੀਕੇ ਵਾਲਿਆਂ ਦੀ ਅੰਤਿਮ ਅਰਦਾਸ ਮੌਕੇ ਸਿਆਸੀ, ਸਮਾਜਿਕ, ਸਾਹਿਤਕ ਅਤੇ ਸੰਗੀਤਕ ਖੇਤਰ ਦੇ ਨਾਲ ਸੰਬੰਧਿਤ ਸ਼ਖਸੀਅਤਾਂ ਨੇ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। 25 ਜਨਵਰੀ ਨੂੰ ਦੇਵ ਥਰੀਕੇ ਵਾਲਿਆਂ ਦਾ ਦੇਹਾਂਤ ਹੋ ਗਿਆ ਸੀ ਤੇ ਸ਼ਰਧਾਂਜਲੀ ਸਮਾਗਮ ਲੁਧਿਆਣਾ ਦੇ ਪਿੰਡ ਥਰੀਕੇ ਦੇ ਗੁਰੂ ਘਰ ਦੇ ਵਿੱਚ ਕਰਵਾਇਆ ਗਿਆ। CBSE ਬੋਰਡ ਦੇ ਵੱਲੋਂ 10ਵੀਂ ਤੇ 12ਵੀਂ ਟਰਮ 2 ਦੀਆਂ ਬੋਰਡ ਪ੍ਰੀਖਿਆਵਾਂ ਮਾਰਚ-ਅਪ੍ਰੈਲ ਦੇ ਵਿੱਚ ਕਰਵਾਈਆਂ ਜਾਣਗੀਆਂ। ਡੇਟ ਸ਼ੀਟ ਅਗਲੇ ਹਫ਼ਤੇ ਜਾਰੀ ਹੋ ਜਾਏਗੀ। ਬੋਰਡ ਦੇ ਵੱਲੋਂ ਇਹਨਾਂ ਜਮਾਤਾਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਫਰਵਰੀ ਦੇ ਅਖੀਰ ਵਿੱਚ ਕਰਵਾਏ ਜਾਣ ਦੀ ਯੋਜਨਾ ਹੈ, ਜਿਸ ਦੀਆਂ ਤਰੀਕਾਂ ਵੀ ਅਗਲੇ ਹਫ਼ਤੇ ਦੱਸ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ 10ਵੀਂ ਤੇ 12ਵੀਂ ਜਮਾਤ ਦਾ ਨਤੀਜਾ ਵੀ ਤਿਆਰ ਹੈ। ਕਿਸੇ ਵੇਲੇ ਵੀ ਇਹ ਜਾਰੀ ਕੀਤਾ ਜਾ ਸਕਦਾ ਹੈ, ਪਰ ਬੋਰਡ ਦੇ ਕੋਲ ਵੱਡੀ ਗਿਣਤੀ ਵਿੱਚ ਸੁਝਾਅ ਆਏ ਨੇ ਕਿ ਟਰਮ 2 ਦੀਆਂ ਪ੍ਰੀਖਿਆਵਾਂ ਲੈਣ ਤੋਂ ਬਾਅਦ ਹੀ ਟਰਮ 1 ਦੇ ਨਤੀਜੇ ਐਲਾਨੇ ਜਾਣ। ਵਿਦਿਆਰਥੀਆਂ ਨੇ ਤਰਕ ਦਿੱਤਾ ਹੈ ਕਿ ਜੇ ਟਰਮ 1 ਦੇ ਨਤੀਜੇ ਆਸ ਮੁਤਾਬਿਕ ਨਾ ਆਏ ਤਾਂ ਟਰਮ 2 ਦੀਆਂ ਪ੍ਰੀਖਿਆਵਾਂ ਤੇ ਅਸਰ ਪਵੇਗਾ। ਇਸ ਕਾਰਨ ਹੀ ਨਤੀਜੇ ਦੇ ਐਲਾਨ ਵਿੱਚ ਦੇਰੀ ਹੋ ਰਹੀ ਹੈ। ਨਤੀਜਾ ਤਿਆਰ ਹੈ।
ਬੀਜੇਪੀ ਨੇ ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਤੇ ਅਮਰੀਕੀ ਸੰਸਦ ਮੈਂਬਰਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਨੂੰ ਮਨੁੱਖੀ ਅਧਿਕਾਰਾਂ ਬਾਰੇ ਕਿਸੇ ਤੋਂ ਮਾਨਤਾ ਦੀ ਲੋੜ ਨਹੀਂ ਹੈ। ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਦਾ ਰਵੱਈਆ ਪੱਖਪਾਤੀ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਦੇ ਜਿਹੜੇ ਸਮਾਗਮ ਵਿੱਚ ਟਿੱਪਣੀਆਂ ਕੀਤੀਆਂ ਗਈਆਂ ਨੇ ਉਸ ਸਮਾਰੋਹ ਦੇ ਪ੍ਰਬੰਧਕਾਂ ਦਾ ਰਿਕਾਰਡ ਤੇ ਪਿਛੋਕੜ ਸਾਰੇ ਜਾਣਦੇ ਨੇ ਤੇ ਉਹ ਪੱਖਪਾਤੀ ਨੇ। ਪਿਛਲੇ ਦਿਨੀ ਹਾਮਿਦ ਅੰਸਾਰੀ ਸਮੇਤ ਅਮਰੀਕਾ ਦੇ ਮੈਂਬਰਾਂ ਨੇ ਇਹ ਬਿਆਨ ਜਾਰੀ ਕੀਤਾ ਸੀ ਉਸ ਸਮਾਗਮ ਦੇ ਵਿੱਚ ਕਿ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਪੰਜਾਬ ਦੇ ਵਿੱਚ ਵੋਟਾਂ ਦੀ ਗੱਲ ਕਰ ਲਈਏ ਤਾਂ ਸੁਖਪਾਲ ਖਹਿਰਾ 2.5 ਮਹੀਨਿਆਂ ਤੋਂ ਬਾਅਦ ਜੇਲ੍ਹ 'ਚੋਂ ਰਿਹਾ ਹੋ ਗਏ ਨੇ। ਵਿਕਰਮ ਮਜੀਠੀਆ ਨੇ ਪਰਚੇ ਭਰ ਦਿੱਤੇ ਨੇ ਸਿੱਧੂ ਦੇ ਖਿਲਾਫ। ਨਵਜੋਤ ਸਿੱਧੂ ਦੀ ਵੱਡੀ ਭੈਣ ਨੇ ਸਿੱਧੂ ਖਿਲਾਫ ਗੰਭੀਰ ਇਲਜ਼ਾਮ ਲਾਏ ਨੇ। ਸਿੱਧੂ ਦਾ ਬਿਆਨ ਤਾਂ ਕੋਈ ਨਹੀਂ ਆਇਆ, ਪਰ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਿੱਧੂ ਦਾ ਭੈਣਾਂ ਨਾਲ ਕੋਈ ਸੰਬੰਧ ਨਹੀਂ ਹੈ ਤੇ ਮੈਂ ਵੀ ਉਹਨਾਂ ਨੂੰ ਨਹੀਂ ਜਾਣਦੀ। ਨਵਜੋਤ ਕੌਰ ਸਿੱਧੂ ਨੇ ਇਹ ਵੀ ਦੱਸਿਆ ਕਿ ਜਿਹੜੀ ਔਰਤ ਨਾਲ ਵਿਆਹ ਹੋਇਆ ਸੀ ਉਹਦਾ ਪਹਿਲਾਂ ਵੀ ਵਿਆਹ ਹੋਇਆ ਸੀ, ਜਿਹਦੀ ਕੁੱਖੋਂ ਇਹ 2 ਧੀਆਂ ਸਨ। ਉਹਨਾਂ ਕਿਹਾ ਕਿ ਨਵਜੋਤ ਸਿੱਧੂ 7 ਸਾਲ ਦੇ ਸਨ ਜਦੋਂ ਉਹਨਾਂ ਦੀ ਮਾਂ ਛੱਡ ਕੇ ਚਲੀ ਗਈ ਸੀ ਕਿਉਂਕਿ ਉਹਨਾਂ ਦੇ ਮਾਪਿਆਂ ਦਾ ਤਲਾਕ ਹੋ ਗਿਆ ਸੀ। ਜਦੋਂ ਤੋਂ ਵਿਆਹ ਕੇ ਆਈ ਹੈ ਉਦੋਂ ਤੋਂ ਨਵਜੋਤ ਸਿੱਧੂ ਇਕੱਲੇ ਹੀ ਹਨ ਤੇ ਇਹਨਾਂ ਭੈਣਾਂ ਨਾਲ ਕਦੇ ਕੋਈ ਲੈਣਾ ਦੇਣਾ ਨਹੀਂ ਰਿਹਾ। ਨਵਜੋਤ ਸਿੱਧੂ ਨੂੰ ਆਪਣਾ ਭਰਾ ਕਹਿਣ ਵਾਲੀ ਸੁਮਨ ਤੂਰ ਦੇ ਵੱਲੋਂ ਚੋਣਾਂ ਮੌਕੇ ਲਾਏ ਗਏ ਅਜਿਹੇ ਇਲਜ਼ਾਮਾਂ ਤੋਂ ਕਈ ਸ਼ੰਕੇ ਵੀ ਖੜੇ ਹੋਏ ਨੇ ਤੇ ਨਵਜੋਤ ਕੌਰ ਸਿੱਧੂ ਨੇ ਵੀ ਕਿਹਾ ਕਿ ਕਿਸੇ ਨੇ ਲਾਲਚ ਦਿੱਤਾ, ਲੱਗਦਾ ਇੰਨੇ ਸਮੇਂ ਬਾਅਦ ਦੋਸ਼ ਲਾਉਣ ਦਾ ਚੇਤਾ ਹੁਣ ਕਿਉਂ ਆਇਆ, ਕਿਉਂਕਿ ਮਸਲਾ 1986 ਦਾ ਤੇ 36 ਸਾਲ ਬਾਅਦ ਸਿੱਧੂ ਦੀ ਭੈਣ ਨੇ ਇਲਜ਼ਾਮ ਲਾਏ ਨੇ। ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਅੱਜ ਦੂਸਰਾ ਦਿਨ ਹੈ। ਚੋਣ ਕਮਿਸ਼ਨ ਨੇ ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਅਪਰਾਧਿਕ ਪਿਛੋਕੜ ਦੀ ਜਾਣਕਾਰੀ ਦੇਣ ਦੀ ਹਦਾਇਤ ਦਿੱਤੀ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਜਾਣਕਾਰੀ ਦੇਣੀ ਸ਼ੁਰੂ ਵੀ ਕਰ ਦਿੱਤੀ ਹੈ। ਪਰਸੋਂ ਤੋਂ ਲਗਾਤਾਰ ਅਜਿਹੇ ਜਾਣਕਾਰੀਆਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਨਸ਼ਰ ਕੀਤੀਆਂ ਜਾ ਰਹੀਆਂ ਨੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਤਰਨਤਾਰਨ ਦੇ ਵਿਧਾਇਕ ਦੀ ਜਾਣਕਾਰੀ ਦਿੱਤੀ ਗਈ ਸੀ। ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰੁਣਾ ਰਾਜੂ ਨੇ ਦੱਸਿਆ ਕਿ ਸੰਬੰਧਿਤ ਸਿਆਸੀ ਪਾਰਟੀ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਦੀ ਜਾਣਕਾਰੀ ਆਪਣੀ ਵੈਬਸਾਈਟ ਤੇ ਪਾਉਣ ਲਈ ਪਾਬੰਦ ਹੋਵੇਗੀ। ਸਿਆਸੀ ਪਾਰਟੀਆਂ ਲਈ ਇਹ ਲਾਜ਼ਮੀ ਹੋਵੇਗਾ ਕਿ ਉਹ ਆਪਣੀ ਵੈਬਸਾਈਟ ਤੇ ਲੰਬਿਤ ਅਪਰਾਧਿਕ ਕੇਸਾਂ ਵਾਲੇ ਵਿਅਕਤੀ ਜਿਨ੍ਹਾਂ ਨੂੰ ਉਮੀਦਵਾਰ ਚੁਣਿਆ ਗਿਆ ਉਹਨਾਂ ਦੇ ਕੇਸਾਂ ਸੰਬੰਧੀ ਪੂਰੀ ਜਾਣਕਾਰੀ ਅਪਲੋਡ ਕਰਨ। ਸਿਆਸੀ ਪਾਰਟੀ ਨੂੰ ਇਹ ਵੀ ਸਪਸ਼ਟ ਕਰਨਾ ਹੋਏਗਾ ਕਿ ਸਾਫ਼ ਸੁਥਰੀ ਦਿੱਖ ਵਾਲਾ ਉਮੀਦਵਾਰ ਚੁਣਨ ਦੀ ਥਾਂ ਅਪਰਾਧਿਕ ਪਿਛੋਕੜ ਵਾਲਾ ਉਮੀਦਵਾਰ ਕਿਉਂ ਚੁਣਿਆ ਗਿਆ। ਇਹ ਵੀ ਸਪਸ਼ਟ ਕਰਨਾ ਹੋਵੇਗਾ ਕਿ ਚੁਣੇ ਗਏ ਉਮੀਦਵਾਰ ਦੀ ਵਿਦਿਅਕ ਯੋਗਤਾ ਤੇ ਮੈਰਿਟ ਕੀ ਸੀ ਜਿਸ ਕਰਕੇ ਉਸ ਨੂੰ ਚੋਣਾਂ ਵਿੱਚ ਉਤਾਰਿਆ ਗਿਆ। ਜੇ ਕੋਈ ਪਾਰਟੀ ਅਜਿਹੀ ਰਿਪੋਰਟ ਪੇਸ਼ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਇਹ ਮਾਮਲਾ ਅਦਾਲਤ ਦੇ ਹੁਕਮਾਂ ਤੇ ਨਿਰਦੇਸ਼ਾਂ ਦੀ ਉਲੰਘਣਾ ਵਜੋਂ ਸੁਪਰੀਮ ਕੋਰਟ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ 2 ਸਾਬਕਾ ਪ੍ਰਧਾਨਾਂ ਮਨਜੀਤ ਸਿੰਘ ਜੀਕੇ ਤੇ ਪਰਮਜੀਤ ਸਿੰਘ ਸਰਨਾ ਨੇ ਬਾਦਲਾਂ ਨੂੰ ਵੋਟਾਂ ਨਾ ਪਾਉਣ ਦੀ ਅਪੀਲ ਕੀਤੀ ਹੈ। ਕੇਜਰੀਵਾਲ ਕਹਿ ਰਹੇ ਨੇ ਕਿ ਪੰਜਾਬ ਨੂੰ ਇਮਾਨਦਾਰ ਸਰਕਾਰ ਦੀ ਜ਼ਰੂਰਤ ਹੈ ਤੇ ਭਗਵੰਤ ਮਾਨ ਤੋਂ ਵੱਧ ਇਮਾਨਦਾਰ ਕੋਈ ਹੋ ਨਹੀਂ ਸਕਦਾ, ਜਦਕਿ ਬਲਵੀਰ ਸਿੰਘ ਰਾਜੇਵਾਲ ਕਹਿ ਰਹੇ ਨੇ ਕਿ ਕੇਜਰੀਵਾਲ ਨੂੰ ਮੈਂ ਆਮ ਆਦਮੀ ਪਾਰਟੀ ਦੀਆਂ ਟਿਕਟਾਂ ਵੇਚਣ ਦੇ ਸਬੂਤ ਦਿੱਤੇ ਸਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਰਮਾਏਦਾਰਾਂ ਤੋਂ ਕੋਠੀਆਂ ਤੇ ਕਾਰਾਂ ਲੈ ਕੇ ਟਿਕਟਾਂ ਦਿੱਤੀਆਂ ਨੇ, ਜਿਸ ਸੰਬੰਧੀ ਮੈਂ ਸਬੂਤ ਵੀ ਕੇਜਰੀਵਾਲ ਨੂੰ ਦਿੱਤੇ ਸੀ ਤੇ ਪੈਸੇ ਦੇ ਕੇ ਟਿਕਟਾਂ ਲੈਣ ਵਾਲੇ ਵਿਧਾਇਕ ਜਦੋਂ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਉਹ ਵੱਡਾ ਭ੍ਰਿਸ਼ਟਾਚਾਰ ਹਰ ਹਾਲਤ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਾਬਕਾ OSD ਐਡਵੋਕੇਟ ਅਵਤਾਰ ਸਿੰਘ ਸਿੱਧੂ ਸਮੇਤ ਉਹਨਾਂ ਦੇ ਸਾਥੀਆਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਸੁਖਬੀਰ ਸਿੰਘ ਬਾਦਲ ਨੇ ਖੁਦ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ। ਸੁਖਬੀਰ ਬਾਦਲ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਨੇ ਪੇਡ ਸਰਵੇ ਕਰਵਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ। ਉਧਰ ਪੰਜਾਬ ਕਾਂਗਰਸ ਤੋਂ ਬਾਗੀ ਹੋਏ ਮੁੱਖ ਮੰਤਰੀ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ, ਹਰਮਿੰਦਰ ਸਿੰਘ ਤੇ ਅਮਰੀਕ ਸਿੰਘ ਢਿੱਲੋਂ ਨੇ ਆਜ਼ਾਦ ਉਮੀਦਵਾਰਾਂ ਵਜੋਂ ਚੋਣਾਂ ਲੜਨ ਦਾ ਐਲਾਨ ਕੀਤਾ ਤੇ ਨਾਮਜ਼ਦਗੀਆਂ ਦਾਖਲ ਕਰ ਦਿੱਤੀਆਂ ਨੇ। ਮਾਨਸਾ ਜ਼ਿਲ੍ਹੇ ਦੇ ਵਿੱਚ ਸੀਨੀਅਰ ਪੁਲਿਸ ਕਪਤਾਨ ਦੀਪਕ ਪਾਰਿਕ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਦਿਨ ਰਾਤ ਦੇ 37 ਨਾਕੇ ਲਾਏ ਗਏ ਨੇ ਤਾਂ ਜੋ ਵਿਧਾਨ ਸਭਾ ਚੋਣਾਂ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚੜ੍ਹ ਸਕੇ। ਪੁਲਿਸ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਤੇ ਲਗਾਤਾਰ ਨਿਗਰਾਨੀ ਰੱਖ ਰਹੀ ਹੈ। ਉਧਰ ਕੈਪਟਨ ਸਾਹਿਬ ਦੇ ਖਿਡਾਰੀ ਚੋਣ ਨਿਸ਼ਾਨ ਦੇ ਚੱਕਰ ਵਿੱਚ ਫਸ ਗਏ ਨੇ ਕਿਉਂਕਿ ਪੰਜਾਬ ਲੋਕ ਕਾਂਗਰਸ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਕੇ ਮੈਦਾਨ ਦੇ ਵਿੱਚ ਨਿਤਰੀ ਹੈ। ਇਸ ਗੱਠਜੋੜ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੀ ਸ਼ਾਮਿਲ ਹੈ। ਸੋ ਕੈਪਟਨ ਨੇ ਗੱਠਜੋੜ ਕਰਕੇ ਉਮੀਦਵਾਰ ਤਾਂ ਐਲਾਨ ਦਿੱਤੇ ਨੇ ਪਰ ਉਹਨਾਂ ਦੇ ਉਮੀਦਵਾਰਾਂ ਦਾ ਪੇਚ ਹੁਣ ਚੋਣ ਨਿਸ਼ਾਨ ਤੇ ਫਸ ਗਿਆ। ਕੈਪਟਨ ਦੇ ਖਿਡਾਰੀ ਚੋਣਾਂ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਲੜਨਾ ਚਾਹੁੰਦੇ ਨੇ ਪਰ ਅੰਦਰ ਖਾਤੇ ਕੈਪਟਨ ਪਰਿਵਾਰ ਚਾਹੁੰਦਾ ਹੈ ਕਿ ਸਾਡੇ ਉਮੀਦਵਾਰ ਪੰਜਾਬ ਲੋਕ ਕਾਂਗਰਸ ਪਾਰਟੀ ਨੂੰ ਮਿਲੇ ਚੋਣ ਨਿਸ਼ਾਨ ਹਾਕੀ ਤੇ ਗੇਂਦ ਉੱਤੇ ਚੋਣਾਂ ਲੜਨ ਖਿੱਦੋ ਖੁੰਡੀ ਤੇ ਇਸੇ ਕਸ਼ਮਕਸ਼ ਕਰਕੇ ਚੋਣ ਮੈਦਾਨ ਵਿੱਚ ਉਤਰੇ ਕੈਪਟਨ ਦੇ ਖਿਡਾਰੀ ਹਾਲੇ ਖੁੱਲ੍ਹ ਕੇ ਆਪਣਾ ਚੋਣ ਪ੍ਰਚਾਰ ਵੀ ਨਹੀਂ ਕਰ ਪਾ ਰਹੇ ਤੇ ਹਾਲੇ ਤੱਕ ਕਿਸੇ ਨੇ ਨਾਮਜ਼ਦਗੀ ਵੀ ਦਾਖਲ ਨਹੀਂ ਕੀਤੀ ਤੇ ਨਾਮਜ਼ਦਗੀ ਪਰਚੇ ਦਾਖਲ ਕਰਨ ਦਾ ਅੱਜ ਚੌਥਾ ਦਿਨ ਹੈ। ਸਿਰਫ 3 ਦਿਨ ਹੀ ਬਚੇ ਨੇ ਨਾਮਜ਼ਦਗੀ ਪਰਚੇ ਭਰਨ ਦੇ ਤੇ ਫੈਸਲਾ ਇਹਨਾਂ ਨੂੰ ਜਲਦੀ ਲੈਣਾ ਪਵੇਗਾ।
ਅਮਰੀਕਾ ਕੈਨੇਡਾ ਸਰਹੱਦ ਦੇ ਨੇੜੇ ਮਰਨ ਵਾਲੇ ਭਾਰਤੀ ਪਰਿਵਾਰ ਦੀ ਪਛਾਣ ਹੋ ਗਈ ਹੈ। ਪਰਿਵਾਰ ਗੁਜਰਾਤ ਦਾ ਰਹਿਣ ਵਾਲਾ ਸੀ। ਹਾਲਾਂਕਿ ਮੈਨੀਟੋਬਾ ਪੁਲਿਸ ਨੇ ਪਛਾਣ ਬਾਰੇ ਕੁਝ ਨਹੀਂ ਦੱਸਿਆ ਸੀ, ਪਰ ਇਹ ਜ਼ਰੂਰ ਅਪੀਲ ਕੀਤੀ ਸੀ ਕਿ ਲੋਕਾਂ ਨੂੰ ਪਰਿਵਾਰ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸਾਂਝੀ ਕਰੋ, ਕਿਉਂਕਿ ਪਰਿਵਾਰ ਸਰਹੱਦ ਤੱਕ ਕਿਵੇਂ ਪਹੁੰਚਿਆ ਇਸ ਦੀ ਜਾਂਚ ਵਿੱਚ ਹੁਣ ਪੁਲਿਸ ਉੱਥੋਂ ਦੀ ਜੁਟੀ ਹੋਈ ਹੈ। ਮਨੁੱਖੀ ਤਸਕਰੀ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੀਆਂ ਲਾਸ਼ਾਂ ਭਾਰਤ ਨਹੀਂ ਲਿਆਂਦੀਆਂ ਜਾਣਗੀਆਂ। ਪਰਿਵਾਰ ਗੁਜਰਾਤ ਦੇ ਗਾਂਧੀ ਨਗਰ ਦੇ ਕਲੋਲ ਤਹਿਸੀਲ ਦੇ ਦਿਨਗੁਚਾ ਪਿੰਡ ਦਾ ਰਹਿਣ ਵਾਲਾ ਸੀ। ਉਧਰ ਪਿਛਲੇ ਹਫ਼ਤੇ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਅਮਰੀਕਾ ਕੈਨੇਡਾ ਸਰਹੱਦ ਤੇ ਗ੍ਰਿਫਤਾਰ ਕੀਤੇ ਗਏ 7 ਭਾਰਤੀ ਨਾਗਰਿਕਾਂ ਨੂੰ ਅਮਰੀਕੀ ਸਰਹੱਦ ਗਸ਼ਤੀ ਬਲ ਦੀ ਹਿਰਾਸਤ ਵਿੱਚੋਂ ਰਿਹਾ ਕਰ ਦਿੱਤਾ ਗਿਆ ਤੇ ਹੁਣ ਉਹਨਾਂ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ, ਯਾਨੀ ਕਿ ਦੇਸ਼ ਨਿਕਾਲਾ ਦੇ ਕੇ ਵਾਪਸ ਭੇਜਿਆ ਜਾਵੇਗਾ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਤਾਰ ਦੇ ਨਾਲ। ਅਮਰੀਕਾ ਕੈਨੇਡਾ ਸਰਹੱਦ ਦੇ ਉੱਤੇ ਜਿਹੜੇ 4 ਭਾਰਤੀ ਮਾਰੇ ਗਏ ਸੀ ਬਰਫੀਲੇ ਤੂਫਾਨ ਦੇ ਵਿੱਚ ਫਸ ਕੇ ਮਾਰੇ ਦੱਸੇ ਗਏ ਨੇ, ਉਹਨਾਂ ਦੀ ਪਛਾਣ ਹੋ ਚੁੱਕੀ ਹੈ। ਕੈਨੇਡਾ ਦੀ ਮੈਨੀਟੋਬਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਹ ਮੁਲਕ ਦੇ ਵਿੱਚ ਸਨ ਤੇ ਕੋਈ ਉਹਨਾਂ ਨੂੰ ਸਰਹੱਦ ਦੇ ਉੱਤੇ ਲੈ ਕੇ ਗਿਆ ਸੀ। ਮਨੁੱਖੀ ਤਸਕਰੀ ਦਾ ਮਸਲਾ ਇਹ ਜਾਪਦਾ ਹੈ। ਮੈਨੀਟੋਬਾ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਪਛਾਣ ਜਗਦੀਸ਼ ਬੱਲਭ ਦੇ ਭਾਈ ਪਟੇਲ 39 ਸਾਲ ਦੇ ਸਨ, ਵੈਸ਼ਾਲੀ ਬੇਨ ਜਗਦੀਸ਼ ਕੁਮਾਰ ਪਟੇਲ 37 ਸਾਲ ਦੇ ਸੀ, ਵਿਹੰਗੀ ਜਗਦੀਸ਼ ਕੁਮਾਰ ਪਟੇਲ 11 ਸਾਲ ਤੇ ਧਰਮਿਕ ਜਗਦੀਸ਼ ਕੁਮਾਰ ਪਟੇਲ 3 ਸਾਲ ਦੇ ਸਨ। ਚਾਰੇ ਇੱਕ ਪਰਿਵਾਰ ਦੇ ਮੈਂਬਰ ਸੀ। 11 ਜਨਵਰੀ ਨੂੰ ਟੋਰਾਂਟੋ ਪਹੁੰਚਿਆ ਸੀ ਪਰਿਵਾਰ 9 ਤੇ 19 ਜਨਵਰੀ ਨੂੰ ਕੈਨੇਡਾ ਅਮਰੀਕਾ ਸਰਹੱਦ ਤੋਂ ਕਰੀਬ 12 ਮੀਟਰ ਦੂਰ ਐਮਰਸਨ ਮੈਨੀਟੋਬਾ ਦੇ ਨੇੜੇ ਮ੍ਰਿਤਕ ਮਿਲੇ ਸੀ। ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਸੀ। ਇੱਕ ਗਰੁੱਪ ਦੇ ਵਿੱਚ ਕਹਿੰਦੇ ਸ਼ਾਮਲ ਸੀ। ਗਰੁੱਪ ਦੇ ਬਾਕੀ ਮੈਂਬਰ ਉੱਧਰ ਪਹੁੰਚ ਗਏ ਸੀ। ਉੱਧਰ ਪਹੁੰਚੇ ਮੈਂਬਰਾਂ ਦੇ ਵਿੱਚੋਂ ਇੱਕ ਬਾਲਗ ਦੇ ਕੋਲੇ ਬੱਚੇ ਦਾ ਸਮਾਨ ਸੀ, ਪਰ ਬੱਚਾ ਉਸ ਗਰੁੱਪ ਦੇ ਵਿੱਚ ਨਹੀਂ ਸੀ। ਫਿਰ ਅਮਰੀਕਾ ਦੀ ਪੁਲਿਸ ਨੇ ਕੈਨੇਡਾ ਦੀ ਪੁਲਿਸ ਨੂੰ ਸੂਚਿਤ ਕੀਤਾ। ਫਿਰ ਉਹਨਾਂ ਨੇ ਜਦੋਂ ਸਰਹੱਦ ਦੇ ਆਸ-ਪਾਸ ਗਸ਼ਤ ਕੀਤੀ ਤਾਂ 4 ਜਣੇ ਮ੍ਰਿਤ ਪਾਏ ਗਏ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਹਨਾਂ ਨੂੰ ਇੱਥੇ ਕੋਈ ਛੱਡ ਕੇ ਗਿਆ ਸੀ, ਕਿਉਂਕਿ ਕੋਈ ਵੀ ਲਾਵਾਰਿਸ ਵਾਹਨ ਨਹੀਂ ਮਿਲਿਆ ਹੈ। ਪਹਿਲੀ ਨਜ਼ਰੇ ਮਨੁੱਖੀ ਤਸਕਰੀ ਦਾ ਮਾਮਲਾ ਇਸ ਨੂੰ ਮੰਨ ਰਹੀ ਹੈ ਪੁਲਿਸ ਅਤੇ ਜਾਂਚ ਕਰ ਰਹੀ ਹੈ। ਹਾਲਾਂਕਿ ਪੁਲਿਸ ਨੇ ਨਹੀਂ ਦੱਸਿਆ ਕਿ ਇਹ ਭਾਰਤ ਦੇ ਵਿੱਚ ਕਿਹੜੇ ਸੂਬੇ ਤੋਂ ਰਹਿਣ ਵਾਲੇ ਸੀ। ਹਾਲਾਂਕਿ ਜਿਵੇਂ ਨਾਮ ਆਪਾਂ ਦੇਖ ਰਹੇ ਹਾਂ ਤਾਂ ਇਹ ਬੰਗਾਲ ਸਾਈਡ ਦੇ ਲੱਗਦੇ ਨੇ ਤੇ ਇਸ ਕਰਕੇ ਪੁਲਿਸ ਨੇ ਹਜੇ ਕੋਈ ਇਸ ਬਾਰੇ ਜਾਣਕਾਰੀ ਨਸ਼ਰ ਨਹੀਂ ਕੀਤੀ ਹੈ। ਅਗਲੀ ਅਹਿਮ ਖਬਰ ਦੇਸ਼ ਦੀਆਂ ਸਿਆਸੀ ਪਾਰਟੀਆਂ ਦੀ ਆਮਦਨੀ ਦੇ ਨਾਲ ਜੁੜੀ ਹੋਈ ਹੈ, ਜਾਇਦਾਦ ਦੇ ਨਾਲ ਜੁੜੀ ਹੋਈ ਹੈ। ਐਡਵੋਕੇਸੀ ਗਰੁੱਪ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਨੇ 2019-20 ਦੇ ਵਿੱਚ ਕੌਮੀ ਤੇ ਖੇਤਰੀ ਪਾਰਟੀਆਂ ਦੀਆਂ ਜਾਇਦਾਦਾਂ ਅਤੇ ਦੇਣਦਾਰੀਆਂ ਦੇ ਵਿਸ਼ਲੇਸ਼ਣ ਦੇ ਆਧਾਰ ਦੇ ਉੱਤੇ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ਦੇ ਵਿੱਚ ਜੋ ਸਾਹਮਣੇ ਆਇਆ ਹੈ ਕਿ ਬੀਜੇਪੀ ਦੇ ਕੋਲੇ ਸਭ ਤੋਂ ਵੱਧ ਜਾਇਦਾਦ ਸੀ 2019-20 ਦੇ ਵਿੱਚ ਤੇ ਬਸਪਾ ਦੂਸਰੇ ਨੰਬਰ ਦੀ ਪਾਰਟੀ ਸੀ। ਬਹੁਜਨ ਸਮਾਜ ਪਾਰਟੀ ਖੇਤਰੀ ਪਾਰਟੀਆਂ ਦੇ ਵਿੱਚ ਸਪਾ ਸਮਾਜਵਾਦੀ ਪਾਰਟੀ ਸਭ ਤੋਂ ਅਮੀਰ ਹੈ ਤੇ ਨੈਸ਼ਨਲ ਪਾਰਟੀਆਂ ਦੇ ਵਿੱਚੋਂ ਬੀਜੇਪੀ ਸਭ ਤੋਂ ਅਮੀਰ ਪਾਰਟੀ ਹੈ। ਵਿਸ਼ਲੇਸ਼ਣ ਦੇ ਮੁਤਾਬਿਕ ਵਿੱਤੀ ਸਾਲ 2019-20 ਦੌਰਾਨ 7 ਕੌਮੀ ਤੇ 44 ਖੇਤਰੀ ਪਾਰਟੀਆਂ ਵੱਲੋਂ ਐਲਾਨੀ ਕੁੱਲ ਜਾਇਦਾਦ ਕਰਮਵਾਰ 6,988 ਕਰੋੜ 57 ਲੱਖ ਰੁਪਏ ਹੈ ਤੇ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਦੀ ਹੈਗੀ ਹੈ 2,129 ਕਰੋੜ 38 ਲੱਖ ਰੁਪਏ, ਯਾਨੀ ਕਿ ਕੌਮੀ ਪਾਰਟੀਆਂ ਕੋਲੇ 6,988 ਕਰੋੜ ਤੋਂ ਵੱਧ ਹੈ ਤੇ ਖੇਤਰੀ ਪਾਰਟੀਆਂ ਕੋਲ 129 ਕਰੋੜ ਤੋਂ ਵੱਧ ਹੈ। 7 ਜਿਹੜੀਆਂ ਕੌਮੀ ਪਾਰਟੀਆਂ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਜਾਇਦਾਦ ਬੀਜੇਪੀ ਦੇ ਕੋਲ 4,847 ਕਰੋੜ 78 ਲੱਖ ਰੁਪਏ, ਜਿਹੜੀ ਕਿ ਸਾਰੀਆਂ ਪਾਰਟੀਆਂ ਦਾ ਸੱਤੇ ਪਾਰਟੀਆਂ ਦਾ 69% ਤੋਂ ਵੀ ਵੱਧ ਬਣਦੀ ਹੈ। ਤੇ ਇਸ ਤੋਂ ਬਾਅਦ ਬਸਪਾ ਵੀ ਬਹੁਜਨ ਸਮਾਜ ਪਾਰਟੀ ਹੈ ਜਿਹੜੀ ਉਹ ਵੀ ਨੈਸ਼ਨਲ ਪਾਰਟੀ ਹੈ। ਮਾਇਆਵਤੀ ਦੀ ਪਾਰਟੀ, ਕਾਂਸ਼ੀ ਰਾਮ ਦੀ ਪਾਰਟੀ ਪੰਜਾਬ ਦੇ ਵਿੱਚੋਂ ਉੱਠ ਕੇ ਕਾਂਸ਼ੀ ਰਾਮ ਨੇ ਇਹ ਪਾਰਟੀ ਬਣਾਈ ਸੀ, ਉਸ ਦੇ ਕੋਲ ਦੂਸਰੇ ਨੰਬਰ ਤੇ ਸਭ ਤੋਂ ਵੱਧ ਜਾਇਦਾਦ ਹੈ 698 ਕਰੋੜ 33 ਲੱਖ ਰੁਪਏ ਦੀ ਜਾਇਦਾਦ। ਉਸ ਤੋਂ ਬਾਅਦ ਕਾਂਗਰਸ ਤੀਸਰੇ ਨੰਬਰ ਦੀ ਪਾਰਟੀ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਕੋਲ ਤੀਜੇ ਨੰਬਰ ਤੇ ਵੱਧ ਹੈ, ਬਸਪਾ ਦੇ ਕੋਲੇ ਉਸ ਦੇ ਨਾਲੋਂ ਵੱਧ ਜਾਇਦਾਦ ਹੈ। ਕਾਂਗਰਸ ਕੋਲ 588 ਕਰੋੜ 16 ਲੱਖ ਰੁਪਏ ਦੀ ਜਾਇਦਾਦ ਦੱਸੀ ਗਈ ਹੈ। ਬਸਪਾ ਦੇ ਕੋਲੇ ਯਾਨੀ ਕਿ 9.9% ਦੀ ਜਾਇਦਾਦ ਹੈ। ਕਾਂਗਰਸ ਦੇ ਕੋਲੇ 8.42% ਤੇ 44 ਖੇਤਰੀ ਪਾਰਟੀਆਂ ਦੇ ਵਿੱਚੋਂ 10 ਸਿਖਰਲੀਆਂ ਪਾਰਟੀਆਂ ਦੀ ਜਾਇਦਾਦ 2028 ਕਰੋੜ 715 ਲੱਖ ਰੁਪਏ ਹੈ ਤੇ ਸਮਾਜਵਾਦੀ ਪਾਰਟੀ ਸਭ ਤੋਂ ਵੱਧ ਜਾਇਦਾਦ ਵਾਲੀ ਪਾਰਟੀ ਹੈ ਖੇਤਰੀ ਪਾਰਟੀਆਂ ਦੇ ਵਿੱਚੋਂ। ਸ਼੍ਰੋਮਣੀ ਅਕਾਲੀ ਦਲ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਖੇਤਰੀ ਪਾਰਟੀ ਦੇ ਵਿੱਚ ਹੀ ਆਉਂਦਾ ਹੈ, ਪਰ ਸਭ ਤੋਂ ਵੱਧ ਜਾਇਦਾਦ ਸਪਾ ਦੇ ਕੋਲੇ ਹੈ, ਸਮਾਜਵਾਦੀ ਪਾਰਟੀ, ਅਖਿਲੇਸ਼ ਯਾਦਵ ਦੀ ਪਾਰਟੀ।
ਇਹਨਾਂ ਦੇ ਕੋਲੇ 563 ਕਰੋੜ 47 ਲੱਖ ਰੁਪਏ ਦੀ ਜਾਇਦਾਦ ਜਿਹੜੀ ਕਿ 100 ਦੇ ਵਿੱਚੋਂ 26.46% ਬਣਦੀ ਹੈ। ਇਸ ਤੋਂ ਬਾਅਦ TRS 301 ਕਰੋੜ ਰੁਪਏ 47 ਲੱਖ ਰੁਪਏ ਤੇ AIADMK ਕੋਲ 267 ਕਰੋੜ 61 ਲੱਖ ਰੁਪਏ। ਕੌਮੀ ਸਿਆਸੀ ਪਾਰਟੀਆਂ ਨੇ ਵਿੱਤੀ ਸਾਲ 2019-20 ਦੇ ਵਿੱਚ ਕੁੱਲ 74 ਕਰੋੜ 27 ਲੱਖ ਰੁਪਏ ਦੀਆਂ ਦੇਣਦਾਰੀਆਂ ਦਾ ਵੀ ਐਲਾਨ ਕੀਤਾ। 2019-20 ਦੇ ਵਿੱਚ ਕਾਂਗਰਸ ਨੇ 49 ਕਰੋੜ 55 ਲੱਖ ਰੁਪਏ ਦੀਆਂ ਸਭ ਤੋਂ ਵੱਧ ਕੁੱਲ ਦੇਣਦਾਰੀਆਂ ਐਲਾਨੀਆਂ ਨੇ। ਇਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਨੇ 11 ਕਰੋੜ 32 ਲੱਖ ਰੁਪਏ। ਅਕਾਲੀ ਦਲ ਵੀ ਖੇਤਰੀ ਪਾਰਟੀ ਹੈ, ਪਰ ਕਮਾਲ ਦੀ ਗੱਲ ਹੈ ਕਿ ਪਾਰਟੀ ਇਸ ਸੂਚੀ ਦੇ ਵਿੱਚ ਕਾਫੀ ਪਿੱਛੇ ਹੈ ਜਾਇਦਾਦ ਦੇ ਮਾਮਲੇ ਦੇ ਵਿੱਚ। ਤੇ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਪਾਰਟੀਆਂ ਦੇ ਕੋਲੇ ਜਿਹੜੀ ਜਾਇਦਾਦ ਆਉਂਦੀ ਹੈ ਉਹ ਪਾਰਟੀ ਦਾ ਫੰਡ ਹੁੰਦਾ ਹੈ। ਪਾਰਟੀ ਦਾ ਫੰਡ ਕੁਝ ਤਾਂ ਵਰਕਰ ਆਪ ਦਿੰਦੇ ਨੇ, ਲੀਡਰ ਖੁਦ ਦਿੰਦੇ ਨੇ, ਇਕੱਠਾ ਕੀਤਾ ਜਾਂਦਾ ਹੈ ਤੇ ਜ਼ਿਆਦਾਤਰ ਤਾਂ ਕਾਰਪੋਰੇਟਾਂ ਤੋਂ ਲਿਆ ਜਾਂਦਾ ਹੈ। ਇਸੇ ਕਰਕੇ ਭਾਰਤ ਦੀ ਜਿਹੜੀ ਕੇਂਦਰ ਸਰਕਾਰ ਹੈ, ਇਸ ਵਕਤ ਦੀ ਸਰਕਾਰ ਹੈ, ਉਸ ਦੇ ਉਦਯੋਗਪਤੀਆਂ ਦੇ ਨਾਲ ਗੂੜੇ ਸੰਬੰਧ ਦੱਸੇ ਜਾਂਦੇ ਨੇ ਕਿਉਂਕਿ ਪਾਰਟੀਆਂ ਨੂੰ ਫੰਡ ਬਹੁਤ ਵੱਡੀ ਮਾਤਰਾ ਦੇ ਵਿੱਚ ਦਿੱਤਾ ਜਾਂਦਾ ਹੈ। ਅਗਲੀ ਖਬਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਣੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਜੁੜੀ ਹੋਈ ਹੈ। ਰਿਹਾਈ ਦੀ ਮੰਗ ਜਿੱਥੇ ਪੰਜਾਬ ਸਮੇਤ ਪੂਰੇ ਭਾਰਤ ਦੇ ਵਿੱਚ ਵਸਦੇ ਸਿੱਖਾਂ ਦੇ ਵੱਲੋਂ ਕੀਤੀ ਜਾ ਰਹੀ ਹੈ, ਉੱਥੇ ਹੀ ਕੈਨੇਡਾ ਦੇ ਵਿੱਚ ਵੀ ਰਿਹਾਈ ਦੀ ਮੰਗ ਨੂੰ ਲੈ ਕੇ ਵੈਨਕੂਵਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ 26 ਜਨਵਰੀ ਨੂੰ, ਜਿੱਥੇ ਭਾਰਤ ਸਮੇਤ ਵਿਦੇਸ਼ਾਂ ਦੇ ਵਿੱਚ ਭਾਰਤੀਆਂ ਨੇ ਗਣਤੰਤਰ ਦਿਵਸ ਮਨਾਇਆ। ਉੱਥੇ ਹੀ ਸਰੀ BC ਦੇ ਵਿੱਚ ਸੈਂਕੜੇ ਸਿੱਖਾਂ ਨੇ ਇੰਡੀਅਨ ਕੌਂਸਲੇਟ ਦਫ਼ਤਰ ਵੈਨਕੂਵਰ ਦੇ ਸਾਹਮਣੇ ਇਕੱਠੇ ਹੋ ਕੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਦੇ ਵਿੱਚ ਵੈਨਕੂਵਰ, ਸਰੀ, ਐਬਸਫੋਰਡ, ਡੈਲਟਾ, ਬਰਨਬੀ ਤੇ ਹੋਰ ਸ਼ਹਿਰਾਂ ਤੋਂ ਸਿੱਖ ਸ਼ਾਮਿਲ ਹੋਏ। ਮੁਜ਼ਾਹਰਾ ਕਰ ਰਹੇ ਸਿੱਖਾਂ ਨੇ ਆਪਣੇ ਹੱਥਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਬੈਨਰ ਤੇ ਕੇਸਰੀ ਝੰਡੇ ਫੜੇ ਹੋਏ ਸੀ। ਇਸ ਮੌਕੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਸਰੀ ਡੈਲਟਾ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਸਮੇਤ ਹੋਰ ਸਿੱਖ ਆਗੂਆਂ ਨੇ ਭਾਰਤ ਸਰਕਾਰ ਦੀ ਆਲੋਚਨਾ ਕੀਤੀ ਕਿ ਬਹੁਤ ਸਾਰੇ ਸਿੱਖ ਕੈਦੀਆਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਰਿਹਾ ਨਹੀਂ ਕੀਤਾ ਜਾ ਰਿਹਾ, ਜੋ ਕਿ ਇੱਕ ਬਹੁਤ ਵੱਡੀ ਬੇਇਨਸਾਫੀ ਹੈ। ਭਾਰਤ ਸਰਕਾਰ ਤੋਂ ਉਹਨਾਂ ਮੰਗ ਕੀਤੀ ਕਿ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰਕੇ ਇਨਸਾਫ ਦਿੱਤਾ ਜਾਵੇ। 26 ਜਨਵਰੀ ਨੂੰ ਗਣਤੰਤਰ ਦਿਹਾੜੇ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਜੰਡਿਆਲਾ ਗੁਰੂ ਦੇ ਵਿੱਚ ਵੱਡੀ ਤੇ ਵਿਸ਼ਾਲ ਕਾਮਯਾਬ ਰੈਲੀ ਕਰਨ ਤੋਂ ਬਾਅਦ 29 ਜਨਵਰੀ ਨੂੰ ਪੂਰੇ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕਣ ਦਾ ਐਲਾਨ ਕੀਤਾ ਹੈ। ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਪਿਛਲੇ ਸਾਲ 2021 ਦੇ ਵਿੱਚ 28 ਤੇ 29 ਜਨਵਰੀ ਨੂੰ ਸਿੰਘੂ ਬਾਰਡਰ ਤੇ ਕਿਸਾਨਾਂ ਤੇ ਹਮਲਾ ਹੋਇਆ ਸੀ। ਇਸ ਕਰਕੇ 1 ਸਾਲ ਬਾਅਦ ਇਸ ਦਿਨ ਨੂੰ ਕਾਲੇ ਦਿਨਾਂ ਦੇ ਵਜੋਂ ਮਨਾਇਆ ਜਾਵੇਗਾ। ਪਿਛਲੇ ਸਾਲ ਕਹਿੰਦੇ ਕੁਝ ਹਥਿਆਰਬੰਦ ਲੋਕਾਂ ਨੇ ਸਿੰਘੂ ਬਾਰਡਰ ਤੇ ਕਿਸਾਨਾਂ ਦੇ ਟੈਂਟਾਂ ਤੇ ਹਮਲਾ ਕਰਕੇ ਟੈਂਟਾਂ ਨੂੰ ਅੱਗ ਲਾਉਣ ਤੇ ਜਾਨੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਕਿਸਾਨਾਂ ਨੇ ਉਹਨਾਂ ਦੇ ਮਨਸੂਬਿਆਂ ਤੇ ਪਾਣੀ ਫੇਰ ਦਿੱਤਾ ਸੀ। ਪੰਧੇਰ ਨੇ ਇਹਨਾਂ ਹਮਲਿਆਂ ਦੇ ਵਿੱਚ ਹਮਲਾਵਰਾਂ ਦੀ ਪਛਾਣ ਜਿਹੜੇ ਅਮਨ ਡਬਾਸ, ਪ੍ਰਦੀਪ ਖੱਤਰੀ ਵਜੋਂ ਹੋਈ ਹੈ। ਇਹਨਾਂ ਦੇ ਖਿਲਾਫ ਕਾਰਵਾਈ ਨਾ ਕੀਤੇ ਜਾਣ ਤੇ ਰੋਸ ਪ੍ਰਗਟਾਇਆ ਹੈ ਕਿ ਸਾਲ ਬੀਤ ਜਾਣ ਤੇ ਵੀ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ, ਉਲਟਾ ਸਿੱਖ ਨੌਜਵਾਨ ਰਣਜੀਤ ਸਿੰਘ ਤੇ ਭਾਰੀ ਤਸ਼ੱਦਦ ਕੀਤਾ ਗਿਆ। तो कल पूरे पंजाब ਦੇ ਵਿੱਚ ਇਹਨਾਂ ਖਿਲਾਫ ਅਰਥੀ ਫੂਕ ਮੁਜ਼ਾਹਰੇ ਹੋਣਗੇ। तो मैं ਪੰਜਾਬੀਆਂ ਨੂੰ ਬੇਨਤੀ ਕਰਦੇ ਹਾਂ ਉਸ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿਏ, ਜਿਹਦੇ ਵਿੱਚ ਰਣਜੀਤ ਸਿੰਘ ਨੂੰ ਚੁੱਕ ਕੇ ਜਿਵੇਂ ਉਹਦੀ ਪੱਗ ਰੋਲੀ ਗਈ ਸੀ, ਜਿਵੇਂ ਤਸ਼ੱਦਦ ਕੀਤਾ ਸੀ, ਇਹ ਦਿਨ ਯਾਦ ਕਰੀਏ। ਹਰੇਕ ਪਿੰਡ, ਕਸਬੇ, ਸ਼ਹਿਰ ਵਿੱਚ ਕੱਲ ਮੋਦੀ ਦੀਆਂ ਅਰਥੀਆਂ ਸੜਨੀਆਂ ਚਾਹੀਦੀਆਂ। ਜਿਵੇਂ ਗ੍ਰਹਿ ਮੰਤਰੀ ਦਾ ਕੱਲ ਬਿਆਨ ਸੀ ਯੂਪੀ 'ਚ ਵੀ ਅਸੀਂ ਯੂਪੀ ਦੇ ਵਿੱਚੋਂ ਗੁੰਡਾਗਰਦੀ ਖਤਮ ਕਰ ਦਿੱਤੀ। ਉਹਨਾਂ ਨੂੰ ਅਮਨ ਡਬਾਸ ਤੇ ਪ੍ਰਦੀਪ ਖੱਤਰੀ ਦੀ ਗੁੰਡਾਗਰਦੀ ਯਾਦ ਨਹੀਂ, ਸਾਡੇ ਕੋਲ ਵੀਡੀਓ ਵਿਖਾ ਦਿਆਂਗੇ। ਔਰ ਇਹ ਤੋਂ ਕਹਾਂ ਅਜੇ ਮਿਸ਼ਰਾ ਟਹਿਣੀ ਜਿਹੜਾ ਕਿਸਾਨਾਂ ਦਾ ਕਾਤਲ ਆ, ਤੁਹਾਡੇ ਮੰਤਰੀ ਮੰਡਲ 'ਚ ਆ ਗ੍ਰਹਿ ਮੰਤਰੀ ਜੀ, ਉਹਨਾਂ ਨੂੰ ਅੰਦਰ ਦਿਓ। ਮੈਂ ਪ੍ਰਧਾਨ ਮੰਤਰੀ ਜੀ ਨੂੰ ਸਵਾਲ ਕਰੂੰਗਾ ਵੀ 2022 ਤੇ ਨਿਕਲ ਚੱਲਿਆ, ਹਾਲੇ ਆਮਦਨ ਦੁੱਗਣੀ ਨਹੀਂ ਹੋਈ। ਜਿਹੜਾ ਤੁਹਾਡਾ ਸਵਦੇਸ਼ੀਕਰਨ ਦਾ ਨਾਰਾ ਸੀਗਾ ਉਹ ਕਿੱਥੇ ਗਿਆ? ਤੁਸੀਂ ਤਾਂ ਦੇਸ਼ ਦੀ ਸੰਪत्ति ਟਾਟਿਆਂ ਨੂੰ ਵੇਚਣ 'ਚ ਲੱਗੇ ਜੇ। ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਪੂਰਾ ਗਰਮਾਇਆ ਹੋਇਆ। ਪੂਰੇ 22 ਦਿਨ ਵੋਟਾਂ ਦੇ ਵਿੱਚ ਰਹਿ ਗਏ ਨੇ। 20 ਫਰਵਰੀ ਨੂੰ ਵੋਟਾਂ ਪੈਣੀਆਂ ਨੇ, ਪਹਿਲਾਂ 14 ਨੂੰ ਪੈਣੀਆਂ ਸੀ ਤੇ 6 ਦਿਨ ਹੋਰ ਵੱਧ ਗਏ ਨੇ, ਨਹੀਂ ਤਾਂ 22 ਦੇ ਵਿੱਚੋਂ 6 ਘਟਾ ਲਓ, 16 ਕੁ ਦਿਨ ਨੇ ਜਿਹੜੇ ਉਹ ਰਹਿ ਜਾਣੇ ਸੀ ਵੋਟਾਂ ਦੇ ਵਿੱਚ। ਖੈਰ, ਸੁਖਪਾਲ ਖਹਿਰਾ ਦੇ ਨਾਲ ਜੁੜੀ ਅਪਡੇਟ ਹੈ। ਜ਼ਮਾਨਤ ਮਿਲਣ ਤੋਂ ਬਾਅਦ ਸੁਖਪਾਲ ਖਹਿਰਾ ਪਟਿਆਲਾ ਜੇਲ੍ਹ ਦੇ ਵਿੱਚੋਂ ਰਿਹਾ ਹੋ ਗਏ ਨੇ। ਈਡੀ ਦੇ ਵੱਲੋਂ ਮੋਹਾਲੀ ਦੇ ਵਿੱਚ ਮਨੀ ਲਾਂਡਰਿੰਗ ਤਹਿਤ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ ਲਗਾਤਾਰ ਨਵੰਬਰ ਤੋਂ ਸੁਖਪਾਲ ਖਹਿਰਾ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸਨ। 18 ਨਵੰਬਰ ਤੋਂ ਬੰਦ ਸਨ। ਅਦਾਲਤ ਵੱਲੋਂ ਮਨਜ਼ੂਰ ਕੀਤੀ ਜ਼ਮਾਨਤ ਸੰਬੰਧੀ ਦਸਤਾਵੇਜ਼ ਪਟਿਆਲਾ ਜੇਲ੍ਹ ਵਿੱਚ ਪਹੁੰਚਣ ਤੋਂ ਬਾਅਦ ਖਹਿਰਾ ਨੂੰ ਬਾਅਦ ਦੁਪਹਿਰ 1:30 ਵਜੇ ਰਿਹਾ ਕਰ ਦਿੱਤਾ ਗਿਆ। ਸੁਖਪਾਲ ਖਹਿਰਾ ਭੁਲੱਥ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਸੀ, ਪਰ ਕੁਝ ਮਹੀਨੇ ਪਹਿਲਾਂ ਕਾਂਗਰਸ ਦੇ ਵਿੱਚ ਪਰਤ ਆਏ ਸੀ ਤੇ ਇਸ ਵਾਰੀ ਕਾਂਗਰਸ ਨੇ
ਜੇਲ੍ਹ ਬੈਠੇ ਖਹਿਰਾ ਨੂੰ ਟਿਕਟ ਦਿੱਤੀ ਹੈ। ਭੁਲੱਥ ਤੋਂ ਉਮੀਦਵਾਰ ਐਲਾਨਿਆ ਹੈ। ਪਿਛਲੇ ਦਿਨੀ ਖਹਿਰਾ ਨੇ ਨਾਮਜ਼ਦਗੀ ਫਾਰਮ ਭਰਨ ਦੇ ਲਈ ਇਜਾਜ਼ਤ ਮੰਗੀ ਸੀ। ਸੁਖਪਾਲ ਖਹਿਰਾ ਨੇ ਰਿਹਾਈ ਤੋਂ ਬਾਅਦ ਕਿਹਾ ਹੈ ਕਿ ਮੈਨੂੰ ਝੂਠਾ ਫਸਾਇਆ ਗਿਆ ਹੈ, ਸੱਚਾਈ ਦੀ ਜਿੱਤ ਹੋਊਗੀ। ਆਸ ਵੀ ਜਤਾਈ ਕਿ ਭੁਲੱਥ ਦੇ ਲੋਕ ਐਤਕੀ ਵੀ ਮੇਰੇ ਹੱਕ ਵਿੱਚ ਫਤਵਾ ਦੇ ਕੇ ਵਿਰੋਧੀਆਂ ਦੇ ਦੰਦ ਖੱਟੇ ਕਰਨਗੇ। ਪਰਮਾਤਮਾ ਦਾ ਧੰਨਵਾਦ ਵੀ ਕੀਤਾ। ਜੇਲੋਂ ਬਾਹਰ ਆਉਣ ਤੋਂ ਬਾਅਦ ਕਹਿੰਦੇ ਦੁਨੀਆ ਭਰ ਦੇ ਲੋਕਾਂ ਨੇ, ਖਾਸ ਕਰਕੇ ਮੇਰੇ ਹਲਕੇ ਦੇ ਲੋਕਾਂ ਨੇ ਮੇਰੀ ਰਿਹਾਈ ਦੇ ਲਈ ਅਰਦਾਸ ਕੀਤੀ। ਮੈਂ ਸਭ ਦਾ ਧੰਨਵਾਦ ਕਰਦਾ ਹਾਂ। ਪਾਰਟੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੈਨੂੰ ਅੰਦਰ ਬੈਠਿਆਂ ਹੀ ਨੋਮੀਨੇਟ ਕੀਤਾ ਹੈ। ਖਹਿਰਾ ਨੇ ਦਾਅਵਾ ਕੀਤਾ ਕਿ ਜੇਲ੍ਹ ਜਾਣਾ ਮੇਰੇ ਲਈ ਪਰਖ ਦੀ ਘੜੀ ਹੈ। ਮੈਂ ਇੱਕ ਤੱਥ ਪੇਸ਼ ਕਰਾਂਗਾ ਕਿਵੇਂ ਮੇਰੇ ਖਿਲਾਫ ਸਾਜ਼ਿਸ਼ ਰਚੀ ਗਈ। ਖਹਿਰਾ ਨੇ ਇਹ ਵੀ ਕਿਹਾ ਕਿ ਮੈਨੂੰ ਜੇਲ੍ਹ ਜਾਣ ਦਾ ਕੋਈ ਮਲਾਲ ਨਹੀਂ ਹੈ, ਕਿਉਂਕਿ ਜੇਲ੍ਹਾਂ ਬੰਦਿਆਂ ਲਈ ਹੀ ਬਣੀਆਂ ਨੇ, ਉਹਦੇ ਵਿੱਚ ਬੰਦੇ ਹੀ ਰਹਿੰਦੇ ਨੇ। ਦੁੱਖ ਹੁੰਦਾ ਜਦੋਂ ਕਿਸੇ ਬੇਗੁਨਾਹ ਨੂੰ ਅੰਦਰ ਡੱਕਿਆ ਜਾਂਦਾ ਹੈ। ਰਿਹਾਈ ਤੋਂ ਬਾਅਦ ਖਹਿਰਾ ਗੁਰਦੁਆਰਾ ਭੋਰਾ ਸਾਹਿਬ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਵੀ ਪਹੁੰਚੇ। ਹੱਕ ਸੱਚ ਦੇ ਰਾਹ ਤੇ ਚੱਲਣ ਦਾ ਬਲ ਬਖਸ਼ਣ ਦੀ ਅਰਦਾਸ ਵੀ ਕੀਤੀ। ਉਹ ਮੈਂ ਸਮਝਦਾ ਮੈਨੂੰ ਜੇਲ੍ਹ ਜਾਣ ਦਾ ਕੋਈ ਮਲਾਲ ਨਹੀਂਗਾ। ਜੇਲ੍ਹਾਂ ਬੰਦਿਆਂ ਲਈ ਬਣੀਆਂ, ਪਿੱਛੇ ਦੇਖ ਲਓ ਤੁਸੀਂ, ਇਹਦੇ 'ਚ ਬੰਦੇ ਰਹਿੰਦੇ ਨੇ, ਕੋਈ ਜਾਨਵਰ ਨਹੀਂ ਰਹਿੰਦੇ। ਜੇਲ੍ਹ ਜਾਣਾ ਜਿਹੜਾ ਹੈ ਨਾ, ਇਹ ਵੀ ਇੱਕ ਮੈਂ ਸਮਝਦਾ ਕਿ ਕੀ ਕਹਿੰਦੇ ਹੁੰਦੇ ਆ ਕਿ ਅੱਜ ਦੇ ਯੁੱਗ ਵਿੱਚ ਪੋਲੀਟੀਕਲ ਲੋਕਾਂ ਵਾਸਤੇ ਇਹ ਇੱਕ ਕਿਸਮ ਦਾ ਮੈਂ ਕਹਿੰਦਾ ਵਾਂ ਕਿ ਪਰਖ ਦੀ ਘੜੀ ਸੀਗੀ। ਹਾਂ, ਇਸ ਗੱਲ ਦਾ ਜ਼ਰੂਰ ਅਫਸੋਸ ਹੋਇਆ ਕਿ ਬੇਗੁਨਾਹ ਜਦੋਂ ਤੁਸੀਂ ਹੁੰਨੇ ਨੇ, ਉਦੋਂ ਤੁਹਾਨੂੰ ਥੋੜਾ ਮਨ ਨੂੰ ਦੁੱਖ ਹੁੰਦਾ ਵਾ ਕਿ ਅਸੀਂ ਇੱਕ ਦੇਸ਼ ਵਿੱਚ ਰਹਿੰਦੇ ਆ, ਕਿ ਇਸ ਦੇਸ਼ ਦਾ ਸਿਸਟਮ ਐਡਾ ਗਰਕ ਗਿਆ ਵਾ ਕਿ ਤੁਸੀਂ ਬੇਗੁਨਾਹ ਬਿਲਕੁਲ ਬਗੈਰ ਤਸਦੀਕ ਕੀਤੇ ਬੰਦਿਆਂ ਨੂੰ ਧੱਕ ਦਿੱਤਾ। ਮੈਨੂੰ 2.5 ਮਹੀਨੇ ਮੇਰੀ ਜ਼ਿੰਦਗੀ ਦੇ ਜਿਹੜੇ ਗਏ ਨੇ ਅੰਦਰ, ਮੇਰੇ ਲਈ ਇਹ ਸੈਲਫ ਇੰਟਰੋਸਪੈਕਸ਼ਨ ਹੈ। ਮੈਂ ਆਪਣਾ ਪੜ੍ਹਿਆ, ਮੈਂ ਆਪਣਾ ਇਹਦੇ ਜਾਣਕਾਰੀ ਦੇ ਵਿੱਚ ਵਾਧਾ ਕੀਤਾ, ਮੈਂ ਆਪਣੇ ਆਪ ਨੂੰ ਸੁਧਾਰਿਆ। ਸੁਪਰੀਮ ਕੋਰਟ ਦੇ ਵੱਲੋਂ ਰਾਹਤ ਮਿਲਣ ਤੋਂ ਬਾਅਦ ਬਿਕਰਮ ਮਜੀਠੀਆ ਨੇ 2 ਹਲਕਿਆਂ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ। ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਐਸਡੀਐਮ ਦੇ ਕੋਲ ਦਾਖਲ ਕਰਵਾ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਦੇ ਖਿਲਾਫ ਇਥੋਂ ਚੋਣ ਮੈਦਾਨ ਦੇ ਵਿੱਚ ਸੁਖਬੀਰ ਬਾਦਲ ਨੇ ਮਜੀਠੀਆ ਨੂੰ ਉਤਾਰਿਆ ਹੈ। ਉਸ ਤੋਂ ਬਾਅਦ ਮਜੀਠੀਆ ਨੇ ਪ੍ਰੈਸ ਕਾਨਫਰੰਸ ਵੀ ਕੀਤੀ। ਮਜੀਠੀਆ ਨੇ ਕਾਂਗਰਸ ਸਰਕਾਰ ਤੇ ਅਦਾਲਤ ਦੀ ਹੱਦ ਤੱਕ ਕਰਨ ਦਾ ਦੋਸ਼ ਲਾਇਆ। ਮਜੀਠੀਆ ਨੇ ਕਿਹਾ ਕਿ ਹਾਈ ਕੋਰਟ ਵਿੱਚ ਮੇਰੀ ਜ਼ਮਾਨਤ ਤੇ ਹਾਲੇ ਜਸਟਿਸ ਲੀਜ਼ਾ ਗਿੱਲ ਦੇ ਵੱਲੋਂ ਫੈਸਲਾ ਵੀ ਨਹੀਂ ਸੀ ਸੁਣਾਇਆ ਗਿਆ। ਪੰਜਾਬ ਪੁਲਿਸ ਨੇ ਮੇਰੇ ਘਰ ਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਸੀ ਤੇ ਛਾਪਿਆਂ ਦੌਰਾਨ ਮੇਰੀ ਬਜ਼ੁਰਗ ਮਾਂ, ਪਤਨੀ ਤੇ ਬਿਮਾਰ ਬੱਚਿਆਂ ਨੂੰ ਤੰਗ ਕੀਤਾ ਗਿਆ। ਮਜੀਠੀਆ ਨੇ ਇਹ ਵੀ ਦੱਸਿਆ ਕਿ ਇੱਕ ਦਿਨ ਪਹਿਲਾਂ ਜਦੋਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਤਾਂ ਕਾਂਗਰਸ ਮੈਨੂੰ ਜੇਲ੍ਹ ਵਿੱਚ ਡੱਕਣ ਲਈ ਇੰਨੀ ਕਾਹਲੀ ਲੱਗ ਰਹੀ ਹੈ ਕਿ ਸਰਕਾਰ ਦੇ ਵਕੀਲ ਪੀ ਚਿਦੰਬਰਮ ਬਿਨਾਂ ਨੋਟਿਸ ਤੋਂ ਹੀ ਜੱਜ ਮੂਹਰੇ ਆ ਕੇ ਬਹਿ ਗਏ ਸੀ। ਇਸ ਤਾਜ਼ਾ ਪ੍ਰੈਸ ਕਾਨਫਰੰਸ ਦੇ ਵਿੱਚ ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਮਜੀਠੀਆ ਕਾਫੀ ਹਲਕੇ ਫੁਲਕੇ ਰੌਂ ਦੇ ਵਿੱਚ ਨਜ਼ਰ ਆਏ। ਮਜੀਠੀਆ ਨੇ ਮਜ਼ਾਕੀਆ ਲਹਿਜ਼ੇ ਦੇ ਵਿੱਚ ਕਿਹਾ ਕਿ ਹਮੇਸ਼ਾ ਚੋਣ ਹਮਾਇਤੀਆਂ ਦੇ ਸਿਰ ਤੇ ਮੈਂ ਜਿੱਤਦਾ ਰਿਹਾ। ਮੇਰੀ ਪਤਨੀ ਜਾਂ ਪਰਿਵਾਰ ਦੇ ਦੂਸਰੇ ਮੈਂਬਰਾਂ ਨੇ ਕਦੇ ਹਲਕੇ ਦੇ ਵਿੱਚ ਪੈਰ ਧਰ ਕੇ ਨਹੀਂ ਦੇਖਿਆ। ਉਹਨਾਂ ਨੇ ਇਸ ਵਾਰ ਦੀ ਚੋਣ ਵੀ ਆਪਣੇ ਹਮਾਇਤੀਆਂ ਦੇ ਸਿਰ ਤੇ ਲੜਨ ਦਾ ਐਲਾਨ ਕੀਤਾ। ਮਜੀਠੀਆ ਨੇ ਦਾਅਵਾ ਕੀਤਾ ਕਿ ਜੋ ਮੇਰੇ ਖਿਲਾਫ ਸਿਆਸੀ ਬਦਲਾਖੋਰੀ ਦਾ ਕੇਸ ਕੀਤਾ ਗਿਆ, ਉਸ ਦਾ ਜਵਾਬ ਹਲਕੇ ਦੇ ਲੋਕ ਖੁਦ ਦੇਣਗੇ। ਕਿ ਐਤਕੀ ਮੇਰੀ ਲੜਾਈ ਥੋੜੀ ਵੱਖਰੀ ਆ। ਲੜਾਈ ਵੱਖਰੀ ਇਸ ਕਰਕੇ ਵੀ ਬਣ ਗਈ ਹੈ ਕਿਉਂਕਿ ਇੱਕ ਤਾਂ ਕੋਵਿਡ ਪ੍ਰੋਟੋਕਾਲ ਕਰਕੇ ਪ੍ਰਚਾਰ ਤੇ ਬੜੀਆਂ ਪਾਬੰਦੀਆਂ ਨੇ। ਪਹਿਲਾਂ ਜਿਹੇ ਜਿਹਾ ਪ੍ਰਚਾਰ ਹੁੰਦਾ ਸੀ ਉਹ ਪ੍ਰਚਾਰ ਹੈ ਨਹੀਂ। ਪਹਿਲਾਂ ਕਾਮਨ ਪਲੇਸਿਸ ਤੇ ਪ੍ਰਚਾਰ ਕਰ ਸਕਦੇ ਸੀ, ਉਹ ਕਰ ਨਹੀਂ ਸਕਦੇ, ਇਕੱਠ ਕਰ ਨਹੀਂ ਸਕਦੇ, ਬੜੀਆਂ ਪਾਬੰਦੀਆਂ ਨੇ। ਹੁਣ ਤਾਂ ਮੋਬਾਈਲ ਦਾ ਹੀ ਪ੍ਰਚਾਰ ਹੈ। ਇਹਨਾਂ ਨੂੰ ਇੱਕ ਬੇਨਤੀ ਹੈ ਕਿ ਸਾਜ਼ਿਸ਼ਾਂ ਮੇਰੇ ਖਿਲਾਫ ਬੜੀਆਂ, ਜਿਵੇਂ ਟਾਡਾ ਦਾ ਕੇਸ ਹੁੰਦਾ ਨਾ, ਟਾਡਾ ਹੋ ਗਈ, UAPA ਯੂਆਪਾ ਹੋ ਗਿਆ, ਮਕੋਕਾ ਹੋ ਗਿਆ, ਜਿਨ੍ਹਾਂ ਕਈ ਧਾਰਾਵਾਂ ਇਹੋ ਜਿਹੀਆਂ ਹੁੰਦੀਆਂ, ਸਪੈਸ਼ਲ ਧਾਰਾਵਾਂ, ਜੇ ਇਸ ਬੰਦੇ ਤੇ ਲੱਗ ਜਾਣ ਫਿਰ ਉਹਦੀ ਜ਼ਮਾਨਤ ਨਹੀਂ ਹੋ ਸਕਦੀ। ਰੱਬ ਮਿਹਰ ਕਰੇ ਸੰਗਤਾਂ ਦੀਆਂ ਜਿਵੇਂ ਅਰਦਾਸਾਂ ਸੁਣੀਆਂ ਜਾਣ ਤੇ ਕੋਈ ਕਿਰਪਾ ਹੋ ਜਾਂਦੀ ਹੈ, ਨਹੀਂ ਤਾਂ ਟੈਕਨੀਕਲ ਇਸ਼ੂਜ਼ ਨੇ। ਉਸੇ ਤਰ੍ਹਾਂ ਮੇਰੇ ਖਿਲਾਫ ਵੀ ਕਾਂਗਰਸ ਨੇ ਸ਼ਰਾਰਤ ਕੀਤੀ ਕਿ ਇਲੈਕਸ਼ਨ ਨਾ ਲੜ ਸਕੇ। ਅਗਲੀਆਂ 3 ਖਬਰਾਂ ਕਾਂਗਰਸ ਪੰਜਾਬ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀਆਂ ਹੋਈਆਂ ਨੇ, ਕਿਉਂਕਿ ਸ਼ੁੱਕਰਵਾਰ ਨੂੰ ਨਵਜੋਤ ਸਿੰਘ ਸਿੱਧੂ ਨੂੰ 3 ਕਰੰਟ ਜ਼ੋਰ ਦੀ ਲੱਗੇ। ਸਭ ਤੋਂ ਪਹਿਲਾ ਜਿਹੜਾ ਵੱਡਾ ਇਲਜ਼ਾਮ ਲੱਗਿਆ ਹੈ, ਨਵਜੋਤ ਸਿੰਘ ਸਿੱਧੂ ਦੇ ਖਿਲਾਫ ਇੱਕ ਪਰਿਵਾਰਿਕ ਹਮਲਾ ਹੋਇਆ ਹੈ ਤੇ ਹਮਲਾ ਕੀਤਾ ਹੈ ਨਵਜੋਤ ਸਿੰਘ ਸਿੱਧੂ ਦੀ ਵੱਡੀ ਭੈਣ ਨੇ। ਦਾਅਵਾ ਕੀਤਾ ਹੈ ਕਿ ਮੈਂ ਨਵਜੋਤ ਸਿੰਘ ਸਿੱਧੂ ਦੀ ਵੱਡੀ ਭੈਣ ਹਾਂ। ਸੁਮਨ ਤੂਰ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਇੱਕ 36 ਸਾਲ ਪੁਰਾਣੇ ਮਾਮਲੇ ਦੇ ਵਿੱਚ ਸਿੱਧੂ ਖਿਲਾਫ ਵੱਡੇ ਦੋਸ਼ ਲਾਏ। ਉਹਨਾਂ ਨੇ ਸਿੱਧੂ ਤੇ ਆਪਣੀ ਮਾਂ ਤੇ ਭੈਣ ਖਿਲਾਫ ਝੂਠੇ ਦਾਅਵੇ ਕਰਨ ਤੇ ਬਿਆਨ ਦੇਣ ਦਾ ਇਲਜ਼ਾਮ ਲਾਇਆ। ਇੱਥੋਂ ਤੱਕ ਕਿ ਇਹ ਵੀ ਕਿਹਾ ਕਿ ਸਿੱਧੂ ਨੇ ਮਾਂ ਨੂੰ ਘਰੋਂ ਕੱਢ ਦਿੱਤਾ ਸੀ।
ਸਿੱਧੂ ਦੇ 2 ਸਾਲਾਂ ਦੀ ਉਮਰ ਵਿੱਚ ਮਾਂ ਤੇ ਪਿਤਾ ਦੇ ਜੁਡੀਸ਼ੀਅਲ ਤੌਰ ਤੇ ਵੱਖਰੇ ਹੋ ਜਾਣ ਦੇ ਦਾਅਵੇ ਨੂੰ ਝੂਠ ਦੱਸਦਿਆਂ ਸੁਮਨ ਤੂਰ ਨੇ ਕਿਹਾ ਕਿ ਮੇਰੀ ਮਾਂ ਨੇ ਇਸ ਗੱਲ ਨੂੰ ਲੈ ਕੇ ਅਦਾਲਤ ਵਿੱਚ ਕੇਸ ਵੀ ਕੀਤਾ ਸੀ। ਸੁਮਨ ਤੂਰ ਨੇ ਰੋਂਦੇ ਹੋਏ ਸਾਰੀ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੇਰੀ ਮਾਂ ਨੂੰ 1986 ਵਿੱਚ ਹੀ ਘਰੋਂ ਕੱਢ ਦਿੱਤਾ ਸੀ। 1987 ਦੀ ਅਖਬਾਰ ਦਾ ਪੁਰਾਣਾ ਆਰਟੀਕਲ ਦਿਖਾਉਂਦੇ ਹੋਏ ਕਿਹਾ ਕਿ ਇਸ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਸਿੱਧੂ ਨੇ ਕਿਹਾ ਸੀ ਕਿ ਮੇਰੀ ਮਾਂ ਤੇ ਭੈਣਾਂ ਨਾਲ ਕੋਈ ਸੰਬੰਧ ਨਹੀਂ ਹੈ, ਜਿਸ ਕਰਕੇ ਮੇਰੀ ਮਾਂ ਨੇ ਇਸ ਆਰਟੀਕਲ ਨੂੰ ਲੈ ਕੇ ਅਦਾਲਤ ਵਿੱਚ ਕੇਸ ਵੀ ਕੀਤਾ ਸੀ, ਜਿਸ ਨੂੰ ਲੜਦੀ ਹੋਈ ਉਹ ਮੌਤ ਦੇ ਮੂੰਹ 'ਚ ਚਲੀ ਗਈ ਸੀ। ਭੈਣ ਨੇ ਦਾਅਵਾ ਕੀਤਾ ਕਿ ਮੈਂ ਸਿੱਧੂ ਦੇ ਨਾਲ ਆਪਣੇ ਭਰਾ ਦੇ ਨਾਲ ਸੰਪਰਕ ਕਰਨ ਦੀ ਕਈ ਵਾਰੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ। ਅਸੀਂ 2 ਭੈਣਾਂ ਤੇ 1 ਭਰਾ ਸੀ, ਪਰ ਮੇਰੀ ਭੈਣ ਦੀ ਮੌਤ ਹੋ ਚੁੱਕੀ ਹੈ ਤੇ ਮੈਨੂੰ ਸਿਰਫ ਆਪਣੀ ਮਾਂ ਦੇ ਲਈ ਇਨਸਾਫ ਚਾਹੀਦਾ ਹੈ। ਹਾਲਾਂਕਿ ਇਸ ਸੰਬੰਧੀ ਨਵਜੋਤ ਸਿੰਘ ਸਿੱਧੂ ਨੇ ਕੋਈ ਬਿਆਨ ਨਹੀਂ ਦਿੱਤਾ, ਪਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਇੱਕ ਟੀਵੀ ਦੇ ਪੱਤਰਕਾਰ ਨੇ ਸਵਾਲ ਪੁੱਛਿਆ ਤਾਂ ਨਵਜੋਤ ਕੌਰ ਨੇ ਕਿਹਾ ਕਿ ਮੈਂ ਸਿੱਧੂ ਦੀਆਂ ਭੈਣਾਂ ਨੂੰ ਨਹੀਂ ਜਾਣਦੀ। ਮੈਂ ਨਵਜੋਤ ਸਿੰਘ ਸਿੱਧੂ ਦੀ ਵੱਡੀ ਸਿਸਟਰ ਹਾਂ, ਜਿਹੜੀ ਉਸ ਤੋਂ 13 ਸਾਲ ਵੱਡੀ ਆ। ਜਿਹੜਾ ਤੁਹਾਨੂੰ ਦਿੰਦਾ ਹਮੇਸ਼ਾ ਪ੍ਰੂਫ ਲਿਆਓ, ਪ੍ਰੂਫ ਦਿਓ। ਜੇ ਮੈਨੂੰ ਦਵਾ ਸਕਦੇ ਹੋ ਮੇਰੀ ਮਾਂ ਦੇ ਲਈ ਨਿਆਂ, ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਭ ਨੂੰ, ਤੁਸੀਂ ਪ੍ਰੈਸ ਹੋ, ਤੁਸੀਂ ਇਹਨੂੰ ਬਣਾਇਆ ਇਹਦਾ ਪਰਸੋਨਾ, ਕਿਉਂਕਿ ਤੁਹਾਨੂੰ ਪਤਾ ਨਹੀਂ ਸੀ ਇਹ ਕੀ ਹੈ। ਮੈਂ ਤੁਹਾਨੂੰ ਦੋਸ਼ ਨਹੀਂ ਦੇ ਰਹੀ, ਤੁਸੀਂ ਇਹਦਾ ਹਰ ਅਕਸ਼ਰ ਜਿਹੜਾ ਇਹਨੇ ਕਿਹਾ ਤੁਸੀਂ ਉਹਨੂੰ ਬਾਈਂਡ ਕੀਤਾ ਵੀ ਇਹ ਸਹੀ ਹੈ, ਕਿਉਂਕਿ ਅਸੀਂ ਅਜੇ ਤੱਕ ਕਦੀ ਬੋਲੀਆਂ ਨਹੀਂ। ਮੈਂ 70 ਸਾਲ ਦੀ ਹਾਂ, ਮੇਰੇ ਲਈ ਬੜਾ ਔਖਾ ਹੈ ਗੱਲ ਕਰਨੀ, ਮੇਰੀ ਫੈਮਿਲੀ ਦੀ ਗੱਲ ਹੈ, ਪਰ ਇਹ ਮੇਰੀ ਮਾਂ ਦਾ ਸਵਾਲ ਹੈ, ਮੇਰੇ ਮਾਂ ਪਿਓ ਦੀ ਇੱਜ਼ਤ ਦਾ ਸਵਾਲ ਹੈ, ਜਿਹਦੇ ਕਰਕੇ ਮੈਨੂੰ ਸਟੈਪ ਲੈਣਾ ਪਿਆ ਤੁਹਾਡੇ ਲੋਕਾਂ ਦੇ ਸਾਹਮਣੇ। ਤੁਹਾਨੂੰ ਮਟੀਰੀਅਲ ਅੱਠ ਪਿਆ ਮੇਰੇ ਕੋਲ, ਜਿਹਦੇ ਕਰਕੇ ਮੈਂ ਨਹੀਂ, ਤੁਸੀਂ ਸਾਰੇ ਲੈ ਸਕਦੇ ਹੋ, ਮੈਂ ਦਿੱਤਾ ਹੋਇਆ ਮੈਨੂੰ ਬਾਅਦ ਤੁਸੀਂ ਸਾਰੇ ਲੈ ਸਕਦੇ ਹੋ। 1980 से मेरे फादर की डेथ हुई 1986 ते ने मेरी मदर ਨੂੰ ਉਸ ਤੋਂ ਬਾਅਦ ਭੋਗ ਤੋਂ ਬਾਅਦ ਇਹਨੇ ਕਲੀਅਰ ਕਰਦਾ ਕਿ ਇੱਥੇ ਕੱਖ ਨਹੀਂ ਹੈ। ਦੂਸਰੀ ਖਬਰ ਨਵਜੋਤ ਸਿੰਘ ਸਿੱਧੂ ਦੇ ਡਿਫਾਲਟਰ ਹੋਣ ਦੇ ਨਾਲ ਜੁੜੀ ਹੋਈ ਹੈ। ਦਰਅਸਲ ਪਾਵਰਕਾਮ ਨੇ ਬਿਜਲੀ ਦਾ ਬਿੱਲ ਨਾ ਭਰਨ ਦਾ ਇਲਜ਼ਾਮ ਲਾਉਂਦੇ ਹੋਏ ਨਵਜੋਤ ਸਿੰਘ ਸਿੱਧੂ ਨੂੰ ਡਿਫਾਲਟਰ ਐਲਾਨ ਦਿੱਤਾ ਹੈ। ਸਿੱਧੂ ਨੇ ਅੰਮ੍ਰਿਤਸਰ ਸਥਿਤ ਆਪਣੀ ਰਿਹਾਇਸ਼ ਦਾ ਜੁਲਾਈ ਮਹੀਨੇ ਤੋਂ ਬਾਅਦ ਬਿਜਲੀ ਦਾ ਬਿੱਲ ਨਹੀਂ ਭਰਿਆ, ਜਿਸ ਕਰਕੇ ਸਿੱਧੂ ਵੱਲ ਬਿਜਲੀ ਵਿਭਾਗ ਦਾ 4,22,000 ਰੁਪਏ ਦੇ ਕਰੀਬ ਬਕਾਇਆ ਖੜਾ ਹੈ ਤੇ ਪਹਿਲੀ ਵਾਰੀ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਸਿੱਧੂ ਖਿਲਾਫ ਬਿਜਲੀ ਦਾ ਬਿੱਲ ਨਾ ਭਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦਾ ਭੁਗਤਾਨ ਜੁਲਾਈ ਦੇ ਵਿੱਚ ਕਰਕੇ ਬਿੱਲ ਤਾਂ ਭਰ ਦਿੱਤਾ ਗਿਆ ਸੀ, ਪਰ ਉਸ ਤੋਂ ਬਾਅਦ ਅਗਲਾ ਬਿੱਲ ਨਹੀਂ ਭਰਿਆ ਗਿਆ, ਜਿਹੜਾ ਕਿ 4,22,000 ਰੁਪਏ ਬਣਦਾ ਹੈ। ਹਾਲਾਂਕਿ ਸਿੱਧੂ ਦੇ ਘਰ ਦਾ ਕਨੈਕਸ਼ਨ ਨਹੀਂ ਕੱਟਿਆ ਗਿਆ। ਤੀਸਰੀ ਖਬਰ ਵੀ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਹੋਈ ਹੈ। ਦਿੱਲੀ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਨਵਜੋਤ ਸਿੰਘ ਸਿੱਧੂ ਤੇ ਤਿੱਖਾ ਗੁੱਸਾ ਕੱਢਿਆ ਹੈ। ਸਿੱਧੂ ਦੀ ਬਿਆਨਬਾਜ਼ੀ ਨੂੰ ਲੈ ਕੇ ਮਾਲੀਵਾਲ ਗੁੱਸਾ ਹੋਈ ਹੈ ਤੇ ਨਾਲ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਸੀ, ਖਾਸ ਕਰਕੇ ਅਰਵਿੰਦ ਕੇਜਰੀਵਾਲ ਦੇ ਬਾਰੇ ਉਹਨਾਂ ਨੇ ਸ਼ਬਦਾਵਲੀ ਇਹੋ ਜਿਹੀ ਵਰਤੀ ਸੀ ਜਿਸ ਤੇ ਸਭ ਨੇ ਸਵਾਲ ਕੀਤੇ ਸੀ, ਸਭ ਦੀਆਂ ਨਜ਼ਰਾਂ ਗਈਆਂ ਸੀ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਦੇ ਨਾਲ ਕੇਜਰੀਵਾਲ ਨੂੰ ਬੋਲੇ ਸੀ। ਤੇ ਸਵਾਤੀ ਮਾਲੀਵਾਲ ਨੇ ਟਵਿੱਟਰ ਤੇ ਨਵਜੋਤ ਸਿੰਘ ਸਿੱਧੂ ਤੇ ਨਾਰਾਜ਼ਗੀ ਜਤਾਉਂਦੇ ਹੋਏ ਕਰਾਰੇ ਸ਼ਬਦਾਂ ਦੇ ਵਿੱਚ ਸਿੱਧੂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 3 ਦਿਨਾਂ ਦੌਰੇ ਤੇ ਪੰਜਾਬ ਵਿੱਚ ਪਹੁੰਚ ਗਏ ਨੇ। 28 ਤੋਂ 30 ਜਨਵਰੀ ਤੱਕ ਉਹਨਾਂ ਦਾ ਦੌਰਾ ਚੱਲੇਗਾ। ਜਲੰਧਰ ਤੇ ਅੰਮ੍ਰਿਤਸਰ ਸਮੇਤ ਕਈ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾਣਗੇ ਤੇ ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਮਾਫੀਆ ਰਾਜ ਦੇ ਖਾਤਮੇ ਲਈ ਇੱਕ ਕੱਟੜ ਇਮਾਨਦਾਰ ਸੀਐਮ ਦੀ ਲੋੜ ਹੈ ਤੇ ਉਹ ਭਗਵੰਤ ਮਾਨ ਤੋਂ ਬਿਨਾਂ ਹੋਰ ਕੌਣ ਹੋ ਸਕਦਾ ਹੈ। ਐਨੇ ਦਿਨੀ ਲੱਗਦਾ ਕਿ ਅਰਵਿੰਦ ਕੇਜਰੀਵਾਲ ਨੂੰ ਕੱਟੜ ਸ਼ਬਦ ਬਹੁਤ ਪਸੰਦ ਆ ਗਿਆ, ਕਿਉਂਕਿ ਉਹ ਕਈ ਵਾਰੀ ਕੱਟੜ ਬੋਲਦੇ ਨੇ। ਕੱਟੜ ਇਮਾਨਦਾਰ, ਜੇ ਆਪਾਂ ਦੇਖ ਲਈਏ ਕਿ ਇਮਾਨਦਾਰ ਸ਼ਬਦ ਆਪਣੇ ਆਪ ਦੇ ਵਿੱਚ ਹੀ ਬਹੁਤ ਹੁੰਦਾ। ਜੇ ਅਸੀਂ ਕਿਸੇ ਦੇ ਲਈ ਇਮਾਨਦਾਰ ਸ਼ਬਦ ਵਰਤਦੇ ਹਾਂ, ਯਾਨੀ ਕਿ ਉਹ ਇਮਾਨਦਾਰ ਹੈ। ਕੱਟੜ ਇਮਾਨਦਾਰ ਵਾਰੀ ਸ਼ਬਦ ਹੈ ਜਿਹੜਾ ਉਹ ਕੇਜਰੀਵਾਲ ਦੇ ਵੱਲੋਂ ਭਗਵੰਤ ਮਾਨ ਦੇ ਲਈ ਵਰਤਿਆ ਜਾਂਦਾ ਹੈ। ਪਹਿਲੇ ਦਿਨ ਫਲੋਰ ਜ਼ਿਲ੍ਹੇ ਦੇ ਟਾਊਨ ਹਾਲ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕੀਤੀ। ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਤੇ ਕੇਜਰੀਵਾਲ ਨੇ ਲੋਕਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਕੇਜਰੀਵਾਲ ਨੇ ਕਿਹਾ ਕਿ ਇੱਕ ਪਾਸੇ ਸਾਰੇ ਲੀਡਰ ਨੇ ਤੇ ਦੂਸਰੇ ਪਾਸੇ ਕੱਲੇ ਭਗਵੰਤ ਮਾਨ ਨੇ। ਕੱਟੜ ਇਮਾਨਦਾਰ ਨੇ, ਪਿਛਲੇ 7 ਸਾਲਾਂ ਤੋਂ ਲੋਕ ਸਭਾ ਮੈਂਬਰ ਨੇ, ਪਰ ਅੱਜ ਵੀ ਕਿਰਾਏ ਦੇ ਘਰ 'ਚ ਰਹਿੰਦੇ ਨੇ। ਪੰਜਾਬ ਨੂੰ ਕੱਟੜ ਸੀਐਮ ਹੀ ਚਾਹੀਦਾ ਹੈ।
ਕਹਿੰਦੇ ਅਸੀਂ ਕਈ ਘੰਟੇ ਬਹਿ ਕੇ ਗੱਲਾਂ ਕੀਤੀਆਂ ਕਿ ਪੰਜਾਬ ਦੀਆਂ ਸੜਕਾਂ, ਬਿਜਲੀ, ਸਿੱਖਿਆ, ਰੁਜ਼ਗਾਰ, ਸਿਹਤ ਸੁਵਿਧਾਵਾਂ, ਕਿਸਾਨਾਂ ਦੇ ਮਸਲੇ ਕਿਵੇਂ ਹੱਲ ਕਰਨੇ ਨੇ। ਇਹ ਤਾਂ ਹੀ ਹੋਵੇਗਾ ਜਦੋਂ ਕੱਟੜ ਇਮਾਨਦਾਰ ਸਰਕਾਰ ਆਵੇਗੀ। ਅਰਵਿੰਦ ਕੇਜਰੀਵਾਲ ਨੇ ਇਹ ਵੀ ਐਲਾਨ ਕੀਤਾ ਕਿ ਜਿਵੇਂ ਦਿੱਲੀ ਵਿੱਚ ਸਾਰੇ ਸਰਕਾਰੀ ਦਫ਼ਤਰਾਂ ਵਿੱਚ BR ਅੰਬੇਡਕਰ ਤੇ ਭਗਤ ਸਿੰਘ ਦੀਆਂ ਤਸਵੀਰਾਂ ਲਾਈਆਂ ਜਾ ਰਹੀਆਂ ਨੇ, ਜੇ ਪੰਜਾਬ ਦੇ ਵਿੱਚ ਸਾਡੀ ਸਰਕਾਰ ਆਉਂਦੀ ਹੈ ਤਾਂ ਇੱਥੇ ਵੀ ਇਹਨਾਂ ਦੀਆਂ ਤਸਵੀਰਾਂ ਲਾਈਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਇਸ ਬਾਰੇ ਮੈਂ ਤੇ ਭਗਵੰਤ ਮਾਨ ਜਲਦੀ ਹੀ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰਾਂਗੇ। ਇਸ ਸੰਮੇਲਨ ਦੇ ਵਿੱਚ ਬੋਲਦਿਆਂ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪੁਲਿਸ ਦੇ ਕੰਮ ਵਿੱਚ ਸਿਆਸੀ ਦਖਲਅੰਦਾਜ਼ੀ ਬੰਦ ਕਰਨ ਦੀ ਗੱਲ ਦੁਹਰਾਈ। ਵਪਾਰ ਕਰਨ ਤੇ ਖੇਤੀ ਕਰਨ ਲਈ ਢੁਕਵਾਂ ਮਾਹੌਲ ਦੇਣ ਦਾ ਵੀ ਵਾਅਦਾ ਕੀਤਾ। ਉਹਨਾਂ ਨੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਬਿਨਾਂ ਕਿਸੇ ਵਖਰੇਵੇਂ ਤੋਂ ਮਿਆਰੀ ਸਿੱਖਿਆ ਚੱਲ ਰਹੀ ਹੈ ਤੇ ਅਸੀਂ ਪੰਜਾਬ ਦੇ ਸਕੂਲਾਂ ਨੂੰ ਵੀ ਦਿੱਲੀ ਦੇ ਸਕੂਲਾਂ ਦੀ ਤਰਜ਼ ਤੇ ਬਣਾ ਦੇਵਾਂਗੇ। ਕਾਂਗਰਸ ਲੀਡਰ ਰਾਹੁਲ ਗਾਂਧੀ 27 ਜਨਵਰੀ ਨੂੰ ਪੰਜਾਬ ਆਏ ਸੀ। ਸੀਐਮ ਦੇ ਚਿਹਰੇ ਨੂੰ ਲੈ ਕੇ ਉਹਨਾਂ ਨੇ ਐਲਾਨ ਕਰ ਹੀ ਦਿੱਤਾ ਹੈ ਤੇ ਹੁਣ ਟਵੀਟ ਕਰਕੇ ਵੀ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਤੇ ਕਾਂਗਰਸ ਵਰਕਰ ਜਾਣਨਾ ਚਾਹੁੰਦੇ ਨੇ ਕਿ ਅਸੀਂ ਮੁੱਖ ਮੰਤਰੀ ਉਮੀਦਵਾਰ ਦੇ ਨਾਮ ਦਾ ਐਲਾਨ ਕਰੀਏ। ਮੇਰਾ ਵਾਅਦਾ ਹੈ ਜਲਦ ਹੀ ਤੁਹਾਡੇ ਸਾਰਿਆਂ ਦੀ ਪਸੰਦ ਦਾ ਇੱਕ ਨਾਮ ਤੁਹਾਡੇ ਸਾਹਮਣੇ ਰੱਖਾਂਗੇ। ਪੰਜਾਬ ਦੇ ਬਾਕੀ ਸਾਰੇ ਲੀਡਰ ਤੇ ਮੈਂ ਮਿਲ ਕੇ ਨਵੀਂ ਸਰਕਾਰ ਨੂੰ ਮਜ਼ਬੂਤ ਕਰਾਂਗੇ। ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਰਾਹੁਲ ਦਾ ਧੰਨਵਾਦ ਕੀਤਾ ਹੈ। ਟਵੀਟ ਕੀਤਾ ਕਿ ਮੈਂ ਪੰਜਾਬੀਆਂ ਦੀ ਮੰਗ ਮੰਨਣ ਲਈ ਰਾਹੁਲ ਗਾਂਧੀ ਦਾ ਧੰਨਵਾਦ ਕਰਦਾ ਹਾਂ। ਹਾਈਕਮਾਂਡ ਨੂੰ ਭਰੋਸਾ ਵੀ ਦਿਵਾਉਂਦਾ ਹਾਂ ਕਿ ਅਸੀਂ ਇਕਜੁੱਟ ਹੋ ਕੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਾਂਗੇ ਤੇ ਮੈਂ ਐਲਾਨੇ ਉਮੀਦਵਾਰ ਦੇ ਲਈ ਪ੍ਰਚਾਰ ਕਰਨ ਵਾਲਾ ਪਹਿਲਾ ਵਿਅਕਤੀ ਹੋਵਾਂਗਾ। ਇਹ ਵੀ ਉਹਨਾਂ ਨੇ ਦਾਅਵਾ ਕੀਤਾ ਹੈ। ਵਿਰੋਧੀ ਪਾਰਟੀਆਂ ਦੀ ਗੱਲ ਕਰ ਲਈਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਦੇ ਅਹੁਦੇ ਦੇ ਲਈ ਨਾ ਚੰਨੀ ਤੇ ਨਾ ਸਿੱਧੂ ਦੋਵਾਂ ਨੂੰ ਫਿੱਟ ਨਹੀਂ ਦੱਸਿਆ। ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦੇ ਰਹੇ ਸੀ। ਕਹਿੰਦੇ ਦੋਵੇਂ ਕੰਮ ਦੇ ਬੰਦੇ ਨਹੀਂ ਹੈਗੇ, ਮੁੱਖ ਮੰਤਰੀ ਦੇ ਅਹੁਦੇ ਤੇ ਫਿੱਟ ਨਹੀਂ ਬਹਿੰਦੇ, ਨਾ ਹੀ ਦੋਵਾਂ ਦਾ ਕੋਈ ਸਟੈਂਡ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਚੰਨੀ ਤੇ ਸਿੱਧੂ ਦੋਵਾਂ ਦੇ ਲਈ ਯੂਜ਼ਲੈਸ ਸ਼ਬਦ ਦੀ ਵਰਤੋਂ ਵੀ ਕੀਤੀ। ਕਾਂਗਰਸ ਨੂੰ ਚੁਣੌਤੀ ਵੀ ਦਿੱਤੀ ਕਿ 5 ਸਾਲਾਂ ਦੀ ਇੱਕ ਪ੍ਰਾਪਤੀ ਗਿਣਾ ਕੇ ਦੱਸ ਦਿਓ। ਤੁਸੀਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਦੀਆਂ 5-5 ਸਾਲ ਦੀਆਂ 2 ਟਰਮਾਂ ਅਕਾਲੀ ਦਲ ਦੇ 10 ਸਾਲਾ ਕਾਰਜਕਾਲ ਦੇ ਮੂਹਰੇ ਜ਼ੀਰੋ ਨੇ। ਇਹ ਵੀ ਕਹਿ ਗਏ ਕਿ ਕਾਂਗਰਸ ਪਾਰਟੀ ਇਸ ਵਾਰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੀ ਦੌੜ ਵਿੱਚੋਂ ਬਾਹਰ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਪੂਰੀ ਤਰ੍ਹਾਂ ਦੇ ਨਾਲ ਬਾਗੀ ਹੋ ਚੁੱਕੇ ਨੇ। ਕਾਂਗਰਸ ਦੇ ਵਿੱਚ ਬਗਾਵਤ ਥੰਮਣ ਦਾ ਨਾਮ ਨਹੀਂ ਲੈ ਰਹੀ ਹੈ। ਡਾਕਟਰ ਮਨੋਹਰ ਸਿੰਘ ਚਰਨਜੀਤ ਸਿੰਘ ਚੰਨੀ ਦੇ ਭਰਾ ਨੇ, ਉਹਨਾਂ ਨੇ ਹਲਕਾ ਬੱਸੀ ਪਠਾਣਾ ਤੋਂ ਟਿਕਟ ਨਾ ਮਿਲਣ ਕਰਕੇ ਆਜ਼ਾਦ ਉਮੀਦਵਾਰ ਦੇ ਵਜੋਂ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਦਾ ਮੈਨੂੰ ਪਿਆਰ ਮਿਲ ਰਿਹਾ ਹੈ, ਇਸ ਕਰਕੇ ਮੈਂ ਇੱਥੋਂ ਚੋਣ ਜਿੱਤਾਂਗਾ। ਹਲਕੇ ਦੇ ਵੋਟਰਾਂ ਨੂੰ ਸਾਥ ਦੇਣ ਦੀ ਅਪੀਲ ਵੀ ਕੀਤੀ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਪ੍ਰੈਸ ਕਾਨਫਰੰਸ ਵੀ ਕੀਤੀ। ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ, ਨਵਜੋਤ ਸਿੱਧੂ ਦੀ ਭੈਣ ਵੱਲੋਂ ਜਿਹੜੇ ਇਲਜ਼ਾਮ ਲਾਏ ਗਏ ਨੇ ਉਸ ਤੇ ਵੀ ਉਹਨਾਂ ਨੇ ਬਿਆਨ ਦਿੱਤਾ ਹੈ ਤੇ ਸੂਬੇ ਦੀ ਖੁਫੀਆ ਏਜੰਸੀ ਨੂੰ ਕਾਂਗਰਸ ਦੇ ਵੱਲੋਂ ਇੱਕ ਪ੍ਰਾਈਵੇਟ ਕੰਪਨੀ ਦੇ ਮੁਤਾਬਿਕ ਚਲਾਇਆ ਜਾ ਰਿਹਾ ਹੈ, ਇਹ ਵੱਡਾ ਇਲਜ਼ਾਮ ਲਾਇਆ ਹੈ। ਪੰਜਾਬ ਮਾਡਲ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੁੰਦਾ ਜੀ, ਕੋਈ ਆਪਣੀ ਮਦਰ ਨੂੰ, ਕੋਈ ਆਪਣੀ ਸਿਸਟਰ ਨੂੰ ਐਵੇਂ ਕਰਦਾ ਔਰ ਫਿਰ ਕਿਸੇ ਦੋਸਤ ਨੇ ਗੱਡੀ ਦਿੱਤੀ ਜਿਹਦੇ ਨਾਲ ਮਾਤਾ ਜੀ ਉੱਥੇ ਪਹੁੰਚੇ ਔਰ ਸਿਸਟਰ ਜਿਹੜੀ ਉਹਨਾਂ ਦੀ ਉਹ ਇੱਥੇ ਆ ਕੇ ਕਹਿ ਰਹੇ ਨੇ ਕਿ ਸਾਡਾ ਜਿਹੜਾ ਹੱਕ ਇਹਨਾਂ ਨੇ ਦੱਬਿਆ, ਮਾਰਿਆ, ਜਿਹੜਾ ਬਹੁਤ ਇਮਾਨਦਾਰੀ ਦਾ ਬਿੱਲਾ ਲਾਈ ਫਿਰਦੇ ਸੀ, ਉਹ ਤਾਂ ਅੱਜ ਕਹਿੰਦੇ ਹੁੰਦੇ ਆ ਅਖੀਰ ਦੇ ਵਿੱਚ ਓੜਕ ਸੱਚ ਰਹੀ, ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ। ਉਹ ਤਾਂ ਸਾਹਮਣੇ ਸੱਚ ਵਾਲੀ ਗੱਲ ਤਾਂ ਸਾਹਮਣੇ ਆ ਗਈ। ਹੁਣ ਮੇਰੇ ਸਵਾਲ ਨੇ ਕੁਛ ਇਹਦੇ ਵਿੱਚ, ਸਾਰੀ ਇਸ ਗੱਲ ਦੇ ਬੇਸਡ ਵੀ ਨੇ, ਵੈਸੇ ਵੀ ਨੇ। ਇੱਕ ਤਰ੍ਹਾਂ ਦਾ ਮੈਂ ਉਹਨਾਂ ਦਾ ਨਿੱਜੀ ਮਸਲਾ ਸਮਝਦਾ, ਲੇਕਿਨ ਕਿਉਂਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੇ ਹੱਕ ਦੀ ਮੰਗ ਲਈ ਪੰਜਾਬੀਆਂ ਤੋਂ ਮਦਦ ਮੰਗੀ ਹੈ, ਉਹਨਾਂ ਨੇ ਖੁੱਲ੍ਹ ਕੇ ਗੱਲ ਕਹੀ ਹੈ ਕਿ ਮੈਂ ਮਦਦ ਲੈਣ ਆਈ ਹਾਂ। ਇਸ ਕਰਕੇ ਮੇਰੇ ਕੁਝ ਪ੍ਰਸ਼ਨ ਉੱਠਦੇ ਹੈ ਕਿ ਕੀ ਪੰਜਾਬ ਦਾ ਇੱਕ ਪਾਸਾ ਤਾਂ ਕਲਚਰ ਜਿਹੜਾ ਹੈ ਪੰਜਾਬ ਦੀ, ਜਿਸ ਤੇ ਪੰਜਾਬ ਦੇ ਵਿੱਚ ਤਾਂ ਇਹ ਆਪਾਂ ਪ੍ਰਾਈਡ ਲੈਂਦੇ ਹਾਂ ਕਿ ਇਹ ਤਾਂ ਆਪਣੇ ਮਾਂ ਤੋਂ ਉੱਪਰ ਤਾਂ ਕੁਛ ਵੀ ਨਹੀਂ ਹੁੰਦਾ। ਹੁਣ ਮੈਨੂੰ ਪੁੱਛੋ ਮਾਂ ਕੀ ਹੁੰਦਾ, ਮੈਂ ਤੁਹਾਨੂੰ ਦੱਸਾਂਗਾ ਕਿ ਮਾਤਾ ਜੀ ਤਾਂ ਮਾਤਾ ਜੀ ਹੁੰਦੇ, ਮਾਂ ਤਾਂ ਮਾਂ ਹੁੰਦੀ ਹੈ। ਲੇਕਿਨ ਉਹ ਤੋਂ ਇੱਕ ਵੱਡੀ ਗੱਲ ਵੀ ਹੁੰਦੀ ਹੈ ਕਿ ਜੇ ਰੱਬ ਤੋਂ ਦੂਜਾ ਦਰਜਾ, ਬਲਕਿ ਕਹਿੰਦੇ ਕਿ ਰੱਬ ਪਰਮਾਤਮਾ ਇੱਥੇ ਦੁਨੀਆ 'ਚ ਇਸ ਕਰਕੇ ਨਹੀਂ ਆਇਆ ਕਿਉਂਕਿ ਉਹਨਾਂ ਨੇ ਮਾਂ ਭੇਜਤੀ। ਤਾਂ ਉਸ ਰਿਸ਼ਤੇ ਦਾ ਜੋ ਕੀਤਾ ਉਹ ਤਾਂ ਇੱਕ ਅਲੱਗ ਗੱਲ ਹੈ। ਲੇਕਿਨ ਦੂਸਰੀ ਗੱਲ ਇਹ ਹੈ ਕਿ ਜਿਹੜਾ ਰੋਜ਼ ਪੰਜਾਬ ਦੇ ਸਾਹਮਣੇ ਗੱਲ ਕੀਤੀ ਜਾ ਰਹੀ ਹੈ ਕਿ ਪੰਜਾਬ ਮਾਡਲ, ਦੋ ਪਾਰਟੀਆਂ ਕਰ ਰਹੀਆਂ ਨੇ, ਇੱਕ ਇਹ ਕਾਂਗਰਸ ਵਾਲੇ ਕਰ ਰਹੇ ਨੇ ਤੇ ਇੱਕ ਹੋਰ ਜਿਹੜੇ ਬਹਿਰੂਪੀਏ ਦਿੱਲੀ ਤੋਂ ਆਏ ਤੁਰੇ ਫਿਰਦੇ ਆ। ਅਗਲੀ ਖਬਰ ਦੇ ਲਈ ਕਹਾਵਤ ਬੜੀ ਢੁਕਵੀਂ ਬੈਠਦੀ ਹੈ, ਹੱਥ ਨਾ ਪਹੁੰਚੇ ਥੂ ਕੌੜੀ। ਦਰਅਸਲ ਬੀਜੇਪੀ ਲੀਡਰ ਹਰਜੀਤ ਗਰੇਵਾਲ ਟਿਕਟ ਨਾ ਮਿਲਣ ਤੋਂ ਬਾਅਦ ਬੋਲੇ ਨੇ, ਕਹਿੰਦੀ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਟਿਕਟ ਮੰਗੀ ਹੀ ਨਹੀਂ, ਇਸ ਲਈ ਟਿਕਟ ਕੱਟੀ ਤਾਂ ਜਾਊਗੀ ਜੇ ਮੈਂ ਟਿਕਟ ਮੰਗੀ ਹੋਵੇ। ਕਹਿੰਦੇ ਮੈਂ ਅੱਜ ਤੱਕ ਆਪਣਾ ਰੋਲ ਤੈਅ ਨਹੀਂ ਕੀਤਾ ਕਿ ਮੈਂ ਕਰਨਾ ਕੀ ਆ, ਮੈਨੂੰ ਤਾਂ ਜਥੇਬੰਦੀ ਦੱਸਦੀ ਹੈ, ਸਾਡੀ ਪਾਰਟੀ ਦੱਸਦੀ ਹੈ ਕਿ ਮੈਂ ਕੀ ਕਰਨਾ ਹੈ।
ਗਰੇਵਾਲ ਨੇ ਦਾਅਵਾ ਕਰਦਿਆਂ ਕਿਹਾ ਕਿ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਮੈਂ ਚੋਣਾਂ ਨਹੀਂ ਲੜਨੀਆਂ, ਮੈਨੂੰ ਟਿਕਟ ਨਾ ਮਿਲਣ ਬਾਰੇ 2 ਮਹੀਨੇ ਪਹਿਲਾਂ ਹੀ ਪਤਾ ਸੀ, ਇਸ ਕਰਕੇ ਇਸ ਨੂੰ ਮੀਡੀਆ ਇਸ਼ੂ ਨਾ ਬਣਾਇਆ ਜਾਵੇ। ਗਰੇਵਾਲ ਨੇ ਟਿਕਟਾਂ ਮਿਲਣ ਵਾਲੇ ਉਮੀਦਵਾਰਾਂ ਨੂੰ ਵਧਾਈਆਂ ਵੀ ਦਿੱਤੀਆਂ ਨੇ। ਉਧਰ ਮਲੋਟ ਤੋਂ ਕਾਂਗਰਸੀ ਉਮੀਦਵਾਰ ਰੁਪਿੰਦਰ ਕੌਰ ਰੂਬੀ, ਜੋ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਬਣੀ ਸੀ, ਰੂਬੀ ਨੂੰ ਚੋਣ ਕਮਿਸ਼ਨ ਨੇ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। ਪਿਛਲੇ ਦਿਨੀ ਰੁਪਿੰਦਰ ਰੂਬੀ ਨੇ ਆਪਣੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਹਾਜ਼ਰੀ ਵਿੱਚ ਵੱਡਾ ਇਕੱਠ ਕੀਤਾ ਸੀ, ਜਦਕਿ ਕੋਵਿਡ ਕਾਰਨ 10 ਜਣਿਆਂ ਤੋਂ ਵੱਧ ਦਾ ਇਕੱਠ ਕਰਨ ਤੇ ਰੋਕ ਲੱਗੀ ਹੋਈ ਹੈ। ਹਾਲਾਂਕਿ 300 ਤੱਕ ਦਾ ਇਕੱਠ ਕੀਤਾ ਜਾ ਸਕਦਾ ਹੈ। ਵਿਕਰਮ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਇੱਕ ਹੋਰ ਅਪਡੇਟ ਤੁਹਾਨੂੰ ਦੱਸ ਦਿੰਦੇ ਹਾਂ। ਦਰਅਸਲ ਕਾਗਜ਼ ਭਰਨ ਤੋਂ ਬਾਅਦ, ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਵਿਕਰਮ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਬਾਰੇ ਵੀ ਬਿਆਨ ਦਿੱਤਾ ਹੈ। ਉਹ ਵੀ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਹੀ ਨਿਸ਼ਾਨਾ ਲਾਇਆ ਹੈ। ਕਹਿੰਦੇ ਨਵਜੋਤ ਸਿੰਘ ਸਿੱਧੂ ਨਾ ਅੰਮ੍ਰਿਤਸਰ ਦੇ ਹੋਏ, ਨਾ ਅੰਮ੍ਰਿਤਸਰ ਪੂਰਬੀ ਦੇ ਹੋਏ, ਨਾ ਭਾਜਪਾ ਦੇ ਹੋਏ, ਨਾ ਕਾਂਗਰਸ ਦੇ ਹੋਏ, ਨਾ ਸ਼੍ਰੋਮਣੀ ਅਕਾਲੀ ਦਲ ਦੇ ਹੋਏ। ਇਸ ਲਈ ਨਾ ਨਵਜੋਤ ਸਿੰਘ ਸਿੱਧੂ ਨੇ ਤੁਹਾਡਾ ਹੋਣਾ, ਨਾ ਹੀ ਪੰਜਾਬ ਦੇ ਲੋਕਾਂ ਦਾ ਹੋਣਾ। ਕਹਿੰਦੇ ਨਵਜੋਤ ਸਿੰਘ ਸਿੱਧੂ ਮੇਰੇ ਨਾਲ ਜਿੱਥੇ ਮਰਜ਼ੀ ਮੁਕਾਬਲਾ ਕਰ ਲੈਣ। ਮਜ਼ਾਕੀਆ ਲਹਿਜ਼ੇ ਦੇ ਵਿੱਚ ਕਿਹਾ ਕਿ ਹੁਣ ਤਾਂ ਭਾਗ ਸਿੱਧੂ ਭਾਗ ਹੀ ਹੋਵੇਗਾ। ਖਬਰ ਗੁਰਦਾਸਪੁਰ ਤੋਂ ਹੈ, ਜਿੱਥੇ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 99ਵੀਂ ਬਟਾਲੀਅਨ ਦੀ ਬੀਓਪੀ ਚੰਦੂ ਵਡਾਲਾ ਤੇ ਤੜਕਸਾਰ ਸੰਘਣੀ ਧੁੰਦ ਦੌਰਾਨ ਬੀਐਸਐਫ ਜਵਾਨਾਂ ਤੇ ਨਸ਼ਾ ਤਸਕਰਾਂ ਦਰਮਿਆਨ ਮੁਕਾਬਲਾ ਹੋ ਗਿਆ, ਜਿਸ ਦੌਰਾਨ ਬੀਐਸਐਫ ਦਾ ਜਵਾਨ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਬੀਐਸਐਫ ਜਵਾਨਾਂ ਨੇ 49 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ ਤਸਕਰਾਂ ਤੋਂ। ਨਾਲ ਹੀ AK-47 ਮੈਗਜ਼ੀਨ, 74 ਕਾਰਤੂਸ, 2 ਪਿਸਟਲ, 47 ਕਾਰਤੂਸ, 5 ਪੋਟਲੀਆਂ ਅਫੀਮ ਦੀਆਂ ਬਰਾਮਦ ਕੀਤੀਆਂ ਨੇ। ਪਲਾਸਟਿਕ ਦੀ ਪਾਈਪ ਰਾਹੀਂ ਕੰਡਿਆਲੀ ਤਾਰ ਵਿੱਚ ਪਾ ਕੇ ਭੇਜੀਆਂ ਸੀ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।